ਇਕ ਦਿਨ ਸਰਗੁਰ ਸਹਿਜ ਸੁਭਾਏ, ਬੈਠੇ ਹੋਤੇ ਨੀਤ ਸੁਨਦਾਏ। ਪ੍ਰਥਮਾ ਪਠਾਨਣ ਕੋ ਤਨ ਕੀਤਾ, ਦਿਨੋ ਹੋਤੋ ਛੋੜ ਕਲ ਜੇਤਾ ਕੀਤਾ। ਚੌਪਈ ਇਕ ਦਿਨ ਸਰਗੁਰ ਸਹਿਜ ਸੁਭਾਏ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਸਾਧ ਸੰਗਤ ਜੀ, ਜੁਗੋ ਜੁਗ ਅਟਲ ਗੁਰਤਾ ਗੱਦੀ ਪਰ ਸੁਭਾਏਮਾਨ। ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬੜੇ ਅਦਬ ਸਤਿਕਾਰ ਦੇ ਸਹਿਤ ਜੁੜ ਬੈਠੇ ਹੋ। ਸਤਿਗੁਰਾਂ ਦੇ ਪਵਿੱਤਰ ਸਥਾਨਾਂ 'ਤੇ ਦਰਸ਼ਨ ਕਰਨ ਦਾ ਸੁਭਾਗਾ ਸਮਾਂ ਮਿਲ ਰਿਹਾ ਹੈ। ਸੰਧਿਆ ਦੇ ਸਮੇਂ ਸਜੇ ਹੋਏ ਦੀਵਾਨਾਂ ਵਿੱਚ ਆਪ ਜੀ ਨੇ ਗੁਰੂ ਕੀ ਬਾਣੀ ਦੇ ਕੀਰਤਨ ਸਰਵਣ ਕੀਤੇ। ਉਪਰੰਤ ਰਹਿਰਾਸ ਸਾਹਿਬ ਜੀ ਦਾ ਪਾਠ ਗੁਰੂ ਕੇ ਗ੍ਰੰਥੀ ਸਿੰਘਾਂ ਦੀ ਰਸਨਾ ਤੋਂ ਕੀਤਾ ਗਿਆ। ਸਭ ਨੇ ਲਾਹਾ ਪ੍ਰਾਪਤ ਕੀਤਾ ਹੈ। ਸਤਿਗੁਰੂ ਜੀ ਦੇ ਅਸਥਾਨ ਦੇ ਉੱਪਰ ਗੁਰ ਇਤਿਹਾਸ ਦੀ ਲੜੀਵਾਰ ਕਥਾ ਚੱਲ ਰਹੀ ਹੈ। ਇਸ ਕਥਾ ਦੇ ਵਿੱਚ ਹਾਜ਼ਰੀ ਭਰਨ ਦਾ ਮੌਕਾ ਮਿਲ ਰਿਹਾ ਹੈ। ਅੰਮ੍ਰਿਤ ਕੇ ਦਾਤੇ ਬਾਜਾਂ ਵਾਲੇ ਚੋਜੀ ਪ੍ਰੀਤਮ ਸਰਬੰਸਦਾਨੀ ਸਾਹਿਬੇ ਕਮਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਸੋਹਣਾ ਸੁੰਦਰ ਇਤਿਹਾਸ ਆਪਾਂ ਨਿਤਾ ਪ੍ਰਤੀ ਰਲ ਮਿਲ ਕੇ ਸਰਵਣ ਕਰਦੇ ਹਾਂ। ਸਤਿਗੁਰੂ ਜੀ ਦੀ ਕਥਾ ਨੂੰ ਵਿਚਾਰਦੇ ਹਾਂ। ਸਤਿਗੁਰੂ ਸਾਹਿਬ ਜੀ ਕਿਰਪਾ ਕਰ ਰਹੇ ਹਨ। ਆਗਰੇ ਦੀ ਧਰਤੀ ਦੇ ਉੱਤੇ ਗਰੀਬ ਨਵਾਜ ਚੋਜੀ ਪ੍ਰੀਤਮ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੰਗਤਾਂ ਨੂੰ ਤਾਰ ਰਹੇ ਹਨ। ਬਹਾਦਰ ਸ਼ਾਹ ਨੂੰ ਵੀ ਸਮੇਂ ਸਮੇਂ ਪਰ ਦਰਸ਼ਨ ਦਿੰਦੇ। ਇਸੇ ਪ੍ਰਕਾਰ ਬਹੁਤ ਹੀ ਧਰਮਾਤਮਾ ਭਗਤੀ ਦੇ ਨਾਲ ਰੱਤੀ ਹੋਈ ਰੂਹ ਖਾਨਖਾਨਾ ਇੱਕ ਬੜਾ ਅਮੀਰ ਧਨਾੜ ਵਿਅਕਤੀ ਇਸ ਆਗਰੇ ਵਿੱਚ ਹੋਇਆ। ਉਸ ਦੇ ਸੱਦੇ 'ਤੇ ਸਤਿਗੁਰੂ ਸਾਹਿਬ ਜੀ ਜਿਸ ਜਗ੍ਹਾ ਸਤਿਗੁਰਾਂ ਨੇ ਟਿਕਾਣਾ ਕੀਤਾ ਹੋਇਆ ਬਾਗ ਦੇ ਵਿੱਚ ਉੱਠ ਕੇ ਘੋੜਿਆਂ 'ਤੇ ਸਵਾਰ ਹੋ ਕੇ ਸਿੰਘਾਂ ਦੇ ਸਮੇਤ ਉਸ ਦੀ ਸਭਾ ਦੇ ਵਿੱਚ ਉਸ ਦੇ ਦੀਵਾਨ ਵਿੱਚ ਪਹੁੰਚੇ, ਜਿੱਥੇ ਉਸਨੇ ਸੁੰਦਰ ਥੜਾ ਬਣਾਇਆ ਹੋਇਆ ਹੈ, ਜਿਸ ਉੱਤੇ ਆ ਕੇ ਬਹੁਤ ਹੀ ਵਿਦਵਾਨ ਲੋਕ ਧਰਮੀ ਪੁਰਸ਼ ਆ ਕੇ ਬੈਠ ਕੇ ਵਿਚਾਰਾਂ ਕਰਿਆ ਕਰਦੇ। ਸਤਿਗੁਰੂ ਸਾਹਿਬ ਜੀ ਵੀ ਉੱਥੇ ਗਏ। ਖਾਨਖਾਨੇ ਦੇ ਕਈ ਸਵਾਲਾਂ ਦਾ ਜਵਾਬ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬੜਾ ਤਸੱਲੀ ਬਖਸ਼ ਦਿੱਤਾ। ਸਤਿਗੁਰੂ ਸਾਹਿਬ ਜੀ ਵਸਤਰਾਂ ਸ਼ਸਤਰਾਂ ਦੇ ਸਹਿਤ ਤਿਆਰ ਬਰ ਤਿਆਰ ਸਭਾ ਦੇ ਵਿੱਚ ਸਥਿਤ ਹੋਏ ਬੈਠੇ ਹੈ। ਸਤਿਗੁਰੂ ਜੀ ਦੀ ਛੱਬ, ਸਤਿਗੁਰੂ ਜੀ ਦੀ ਸ਼ੋਭਾ ਭਾਈ ਸੰਤੋਖ ਸਿੰਘ ਜੀ ਨੇ ਲਿਖੀ ਹੈ। ਗਾਤਰੇ ਪਹਿਨੀ ਹੋਈ ਸ਼ਮਸ਼ੀਰ, ਸੀਸ ਉੱਤੇ ਸਤਿਗੁਰੂ ਜੀ ਦੇ ਸੁੰਦਰ ਦਸਤਾਰ, ਜਗ੍ਹਾ ਕਲਗੀ ਫੰਮ ਰਹੀ ਹੈ। ਇਉਂ ਪ੍ਰਤੀਤ ਹੁੰਦਾ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਸ਼ੇਰ ਵਾਂਗ ਬੈਠੇ ਹੈ। ਇੱਥੇ ਵਿਚਾਰਾਂ ਚੱਲਦਿਆਂ ਬਹੁਤ ਸਾਰੇ ਧਰਮੀ ਪੁਰਸ਼ ਬੈਠੇ ਸਨ। ਮੁਗਲਾਂ ਮੁਲਾਣਿਆਂ ਦੇ, ਇਸਲਾਮ ਦੇ ਧਾਰਮਿਕ ਰਹਿਬਰ ਆਗੂ ਮੌਲਵੀ ਔਰ ਇਸੇ ਪ੍ਰਕਾਰ ਸੈਯਦ, ਮੁਗਲ, ਪਠਾਨ ਸਾਰੇ ਹੀ ਬੈਠੇ ਸੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਹੁਤ ਸ਼ੋਭਾ ਦੇਖ ਕੇ, ਵਡਿਆਈ ਦੇਖ ਕੇ ਸੰਗਤਾਂ ਜਦੋਂ ਆ ਕੇ ਸਤਿਗੁਰੂ ਜੀ ਨੂੰ ਸਿਰ ਝੁਕਾਉਂਦੀਆਂ, ਭੇਟਾਵਾਂ ਅਰਪਣ ਕਰਦੀਆਂ,
ਤਾਂ ਜਿਵੇਂ ਆਮ ਹੀ ਗੱਲ ਹੈ ਕਿ ਮਨੁੱਖ ਆਪਣੇ ਦੁੱਖ ਤੋਂ ਉਨਾ ਦੁਖੀ ਨਹੀਂ ਹੁੰਦਾ ਜਿੰਨਾ ਦੂਜੇ ਨੂੰ ਸੁਖੀ ਦੇਖ ਕੇ ਦੁਖੀ ਹੈ ਅੱਜ ਦਾ ਮਨੁੱਖ। ਇਸੇ ਤਰ੍ਹਾਂ ਵਿਸ਼ੇਸ਼ ਕਰਕੇ ਧਾਰਮਿਕ ਲਾਈਨ ਵਾਲੇ ਕਿਸੇ ਵਿਅਕਤੀ ਦਾ ਆਦਰ ਸਤਿਕਾਰ ਹੁੰਦਾ ਹੋਵੇ ਨਾ, ਤਾਂ ਦੁਨਿਆਵੀ ਲੋਕਾਂ ਦੇ ਮਨ ਦੇ ਵਿੱਚ ਈਰਖਾ ਜਾਗ ਪੈਂਦੀ ਹੈ। ਇਸ ਸੈਯਦ ਦੇ ਮਨ ਦੇ ਵਿੱਚ ਵੀ ਬੜੀ ਅੱਗ ਲੱਗੀ ਕਿ ਸਤਿਗੁਰੂ ਜੀ ਦੀ ਵਡਿਆਈ ਹੋ ਰਹੀ ਹੈ, ਇਹਨਾਂ ਦੀ ਪੂਜਾ ਹੋ ਰਹੀ ਹੈ, ਕੱਟੜ ਸੀਨਾ। ਅਸਲ ਵਿੱਚ ਜਿਹੜਾ ਧਾਰਮਿਕ ਮਨੁੱਖ ਹੈ ਉਹਦੇ ਕੋਲ ਕਿਸੇ ਭੇਖ ਦਾ ਵੀ ਕੋਈ ਮਨੁੱਖ ਆ ਕੇ ਬੈਠ ਜਾਵੇ, ਕਿਸੇ ਧਰਮ ਨੂੰ ਮੰਨਣ ਵਾਲਾ ਆ ਕੇ ਬੈਠ ਜਾਵੇ, ਜਿਸ ਨੇ ਸਾਰਿਆਂ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਦੀ ਜੋਤ ਨੂੰ ਜਾਣਿਆ ਹੈ, ਉਹ ਸਾਧ ਸੰਗਤ ਜੀ ਕਦੇ ਦੁਖੀ ਨਹੀਂ ਹੁੰਦਾ ਦੂਜੇ ਨੂੰ ਦੇਖ ਕੇ। ਉਹ ਤਾਂ ਸਾਰਿਆਂ ਵਿੱਚ ਹੀ ਰੱਬ ਦੀ ਜੋਤ ਦੇਖਦਾ। ਜਦੋਂ ਇਹ ਸੈਯਦ ਨੇ ਦੇਖਿਆ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਬਹੁਤ ਆਦਰ ਸਤਿਕਾਰ ਸੰਗਤਾਂ ਕਰ ਰਹੀਆਂ ਹਨ, ਤਾਂ ਸਾਧ ਸੰਗਤ ਇਹਨੇ ਇੱਕ ਤਰਕ ਭਰਿਆ ਸਵਾਲ ਸਤਿਗੁਰੂ ਜੀ ਨੂੰ ਕੀਤਾ। ਕਹਿੰਦਾ ਮਹਾਰਾਜ ਮੇਰੇ ਇੱਕ ਸਵਾਲ ਦਾ ਜਵਾਬ ਦਿਓ ਵੀ ਤੁਹਾਨੂੰ ਜਿਹੜੇ ਆ ਲੋਕ ਆ ਕੇ ਮੱਥਾ ਟੇਕਦੇ ਆ, ਸਾਰੇ ਹਿੰਦ ਵਾਸੀ ਤੁਹਾਨੂੰ ਆਪਣਾ ਪੀਰ ਆਪਣਾ ਗੁਰੂ ਕਹਿੰਦੇ ਆ, ਤੁਹਾਡੇ ਵਿੱਚ ਕੋਈ ਕਰਾਮਾਤ ਵੀ ਹੈ ਕਿ ਐਵੇਂ ਮੱਥੇ ਟਿਕਾਈ ਜਾਂਦੇ ਹੋ? ਕੀ ਤੁਸੀਂ ਕੋਈ ਸ਼ਕਤੀ ਰੱਖਦੇ ਹੋ? ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਆ ਸੰਸਾਰ ਦੇ ਵਿੱਚ ਬਹੁਤ ਕਰਾਮਾਤਾਂ ਵਰਤਦੀਆਂ, ਆ ਤੁਹਾਡਾ ਬਾਦਸ਼ਾਹ ਬਹਾਦਰ ਸ਼ਾਹ ਲੈ ਕਰਾਮਾਤ ਦੇਖਣੀਆਂ ਤਾਂ ਕਹਿੰਦੇ ਦੇਖ ਇਹਦੀ ਜ਼ੁਬਾਨ ਦੇ ਵਿੱਚ ਕਰਾਮਾਤ ਆ, ਇਹ ਆਪਣਾ ਹੁਕਮ ਕਰਕੇ ਜਿਹਨੂੰ ਮਰਜ਼ੀ ਬੰਨ੍ਹ ਦੇਵੇ, ਜਿਹਨੂੰ ਮਰਜ਼ੀ ਛੱਡ ਦੇਵੇ। ਕੰਗਾਲ ਨੂੰ ਇਹ ਧਨੀ ਬਣਾ ਦੇਵੇ, ਧਨੀ ਨੂੰ 1 ਮਿੰਟ ਵਿੱਚ ਕੰਗਾਲ ਬਣਾ ਦੇਵੇ, ਬਾਦਸ਼ਾਹ ਦੇ ਹੁਕਮ ਦੇ ਵਿੱਚ ਕਰਾਮਾਤ ਹੈ। ਦੂਜੀ ਕਰਾਮਾਤ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਆਪਣੇ ਖੀਸੇ ਦੇ ਵਿੱਚੋਂ ਜੇਬ ਦੇ ਵਿੱਚੋਂ ਕੁਝ ਸੋਨੇ ਦੀਆਂ ਮੋਹਰਾਂ ਕਰੰਸੀ ਕੱਢੀ। ਕਹਿੰਦੇ ਭਾਈ ਆ ਮਾਇਆ ਵੀ ਕਰਾਮਾਤ ਹੈ, ਇਹਦੇ ਨਾਲ ਕੋਈ ਵੀ ਕਾਰਜ ਸੰਸਾਰ ਦੇ ਵਿੱਚ ਦੁਨੀਆ ਦੇ ਲੋਕ ਸਵਾਰ ਲੈਂਦੇ ਆ ਮੌਕਾ ਪੈਣ ਦੇ ਉੱਤੇ। ਕਹਿੰਦਾ ਮਹਾਰਾਜ ਮੈਨੂੰ ਇਹ ਦੱਸੋ ਸਿੱਧਾ ਵੀ ਤੁਹਾਡੇ 'ਚ ਕੋਈ ਕਰਾਮਾਤ ਹੈਗੀ ਹੈ ਜਾਂ ਨਹੀਂ, ਤੁਹਾਡੇ 'ਚ ਕੋਈ ਸ਼ਕਤੀ ਹੈ ਜਾਂ ਨਹੀਂ? ਤਾਂ ਉਸ ਵੇਲੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਜਿਸ ਵੇਲੇ ਦੇਖਿਆ ਕਿ ਇਹ ਸੈਯਦ ਜਾਣ-ਬੁੱਝ ਕੇ ਤਰਕਾ ਮਾਰ ਰਿਹਾ ਹੈ, ਤਾਂ ਸਤਿਗੁਰੂ ਜੀ ਨੇ ਆਪਣੇ ਗਾਤਰੇ 'ਚੋਂ ਲਿਸ਼ਕ ਦੀ ਤਲਵਾਰ ਕੱਢ ਲਈ। ਤਲਵਾਰ ਦੀ ਚਮਕ ਦੇਖ ਕੇ ਇਹ ਸੈਯਦ ਡਰ ਗਿਆ, ਸਿਰ ਝੁਕ ਗਿਆ, ਚਿਹਰਾ ਦਾ ਪੀਲਾ ਭੂਕ ਹੋ ਗਿਆ। ਮਹਾਰਾਜ ਕਹਿੰਦੇ ਦਿਖਾਈਏ ਕਰਾਮਾਤ। ਕਹਿੰਦੇ ਆਹ ਵੀ ਇੱਕ ਕਰਾਮਾਤ ਹੈ ਜਿਹਦੇ ਨਾਲ ਅਸੀਂ ਇੰਨੀਆਂ ਜੰਗਾਂ ਜਿੱਤੀਆਂ। ਲੋਕ ਇਹਨੂੰ ਵੀ ਕਰਾਮਾਤ ਮੰਨਦੇ ਆ, ਇਹਦੀ ਸ਼ਕਤੀ ਅੱਗੇ ਵੀ ਸਾਰੇ ਸਿਰ ਝੁਕਾਉਂਦੇ ਆ। ਕਹਿੰਦੇ ਜੇ ਜ਼ਿਆਦਾ ਦੇਖਣੀ ਆ ਕਰਾਮਾਤ ਤਾਂ ਤੇਰੇ ਸਿਰ ਦੇ ਉੱਤੇ ਚਲਾ ਕੇ ਦਿਖਾ ਦਈਏ ਇਹਦੀ ਕਰਾਮਾਤ। ਡਰ ਗਿਆ, ਉਸ ਵੇਲੇ ਕੋਈ ਜਵਾਬ ਨਾ ਆਇਆ। ਇਉਂ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਦੀ ਤਸੱਲੀ ਕਰਾਈ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਬਹੁਤ ਦੇਰ ਤੱਕ ਉੱਥੇ ਸਭਾ ਵਿੱਚ ਬੈਠੇ ਰਹੇ, ਪਰ ਇਹਨੇ ਮੁੜ ਕੇ ਸਿਰ ਨਾ ਚੁੱਕਿਆ। ਹੋਰ ਸਵਾਲ ਜਵਾਬ ਹੁੰਦੇ ਰਹੇ। ਉਸ ਤੋਂ ਬਾਅਦ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਟਿਕਾਣੇ ਆ ਗਏ। ਸੋ ਅੱਗੇ ਜਿਵੇਂ ਪ੍ਰਸੰਗ ਆ ਰਿਹਾ ਹੈ, ਆਓ ਬੜੇ ਪਿਆਰ ਦੇ ਨਾਲ ਸਰਵਣ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਇੱਕ ਦਿਨ ਸਰਬਰ ਸਹਿਜ ਸੁਭਾਈ। ਇੱਕ ਦਿਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸਹਿਜ ਸੁਭਾਏ ਹੀ ਵਿਰਾਜਮਾਨ ਹਨ। ਬੈਠੇ ਉਤੇ ਨੀਕ ਸਮੁਦਾਈ। ਸਾਰੇ ਸਿੱਖਾਂ ਦੇ ਸੰਗਤਾਂ ਦੇ ਸਮੁਦਾਇ ਦੇ ਵਿੱਚ ਸਤਿਗੁਰੂ ਜੀ ਬੈਠੇ ਹਨ। ਪ੍ਰਥਮ ਪਠਾਨਨ ਕੋ ਤਨ ਕੀਤਾ। ਸੋ ਪਹਿਲਾਂ ਜਿਹੜਾ ਪਠਾਣਾ ਦੇ ਧਨ ਦਾ ਕੋਈ ਝਗੜਾ ਸੀ, ਸੋ ਉਸ ਝਗੜੇ ਦਾ ਫੈਸਲਾ ਕਰਦੇ ਹਨ। ਸੋਢੀ ਕੁਲ ਦੇ ਸਿਰਮੌਰ, ਸੋਢੀ ਕੁਲ ਦੇ ਸੂਰਜ ਅਵਤੰਸ ਸਤਿਗੁਰੂ ਜੀ ਨੇ ਜਿਹੜਾ ਇਹਨਾਂ ਦਾ ਦੇਣਾ ਸੀ, ਉਹ ਦੇਣਾ ਕਿਵੇਂ ਸੀ, ਕਿਉਂ ਮੰਗਦੇ ਸੀ ਇਹ? ਜਿਸ ਵੇਲੇ
ਸਾਧ ਸੰਗਤ ਜੀ, ਆਨੰਦਪੁਰ ਸਾਹਿਬ ਦੀਆਂ ਜੰਗਾਂ, ਚਮਕੌਰ ਸਾਹਿਬ ਦੀ ਜੰਗ ਹੋਈ। ਬਹੁਤ ਸਾਰੇ ਤੁਰਕ, ਬਹੁਤ ਸਾਰੇ ਮੁਗਲ ਪਠਾਣਾਂ ਦੇ ਸਿਪਾਹੀ ਤੇ ਜਰਨੈਲ ਸਤਿਗੁਰ ਸੱਚੇ ਪਾਤਸ਼ਾਹ ਜੀ ਦੀਆਂ ਫੌਜਾਂ ਨੇ ਔਰ ਸਤਿਗੁਰੂ ਜੀ ਨੇ ਮੈਦਾਨੇ ਜੰਗ ਵਿੱਚ ਮਾਰ ਦਿੱਤੇ ਸੀ। ਇਹ ਸਾਰੇ ਲੋਕ ਜਦੋਂ ਇਕੱਠੇ ਹੋ ਕੇ ਸੂਬਾ ਸਰਹੰਦ ਵਜ਼ੀਰ ਖਾਨ ਦੇ ਕੋਲੇ ਗਏ ਕਿ ਸੂਬਾ ਸਾਹਿਬ, ਸਾਡੇ ਇੰਨੇ ਲੋਕ ਆ ਮੈਦਾਨੇ ਜੰਗ ਦੇ ਵਿੱਚ ਸ਼ਹਾਦਤਾਂ ਪ੍ਰਾਪਤ ਕਰ ਗਏ ਆ, ਤੁਹਾਡੀ ਤਰਫੋਂ ਗੁਰੂ ਦੇ ਨਾਲ ਲੜਦੇ ਲੜਦੇ ਸਾਨੂੰ ਮੁਆਵਜ਼ਾ ਦਿਓ। ਸਾਡੇ ਘਰਾਂ ਦੇ ਲੋਕ ਚਲੇ ਗਏ, ਗੁਜ਼ਾਰਾ ਨਹੀਂ ਹੁੰਦਾ, ਸਾਨੂੰ ਕੋਈ ਮੁਆਵਜ਼ਾ ਦਿਓ। ਜਿਸ ਵੇਲੇ ਇਹਨਾਂ ਮੁਸਲਮਾਨ ਲੋਕਾਂ ਨੇ ਮੁਆਵਜ਼ੇ ਦੀ ਮੰਗ ਕੀਤੀ, ਉਸ ਵੇਲੇ ਕਾਜ਼ੀਆਂ ਮੁਲਾਣਿਆਂ ਤੋਂ ਕਹਾ ਦਿੱਤਾ ਸੂਬਾ ਸਰਹੰਦ ਵਜ਼ੀਰ ਖਾਨ ਨੇ, ਕਹਿੰਦਾ ਜੀ ਮੈਦਾਨੇ ਜੰਗ ਵਿੱਚ ਜਿਹੜੇ ਬੰਦੇ ਮਾਰੇ ਆ ਤੁਹਾਡੇ, ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮਾਰੇ ਆ, ਉਹਨਾਂ ਤੋਂ ਜਾ ਕੇ ਮੁਆਵਜ਼ੇ ਦੀ ਮੰਗ ਕਰੋ। ਅਸਲ ਵਿੱਚ ਇਹ ਬਹਾਦਰ ਸ਼ਾਹ ਔਰ ਗੁਰੂ ਸਾਹਿਬ ਜੀ ਦੀ ਜਿਹੜੀ ਨੇੜਤਾ ਹੋ ਰਹੀ ਸੀ ਨਾ, ਉਸ ਨੂੰ ਦੂਰ ਕਰਨ ਦੀਆਂ ਚਾਲਾਂ ਸਮੇਂ-ਸਮੇਂ ਤੇ ਚੱਲਦੇ ਰਹੇ ਜਿਹੜੇ ਸੂਬੇ ਸੀ। ਸੋ ਕਾਜ਼ੀਆਂ ਦੇ ਕਹਿਣ ਦੇ ਉੱਤੇ ਇਹ ਲੋਕ ਸਤਿਗੁਰ ਸੱਚੇ ਪਾਤਸ਼ਾਹ ਜੀ ਕੋਲ ਪਠਾਨ ਆਏ ਤੇ ਇਹ ਮੁਆਵਜ਼ੇ ਦੀ ਮੰਗ ਕਰ ਰਹੇ ਸੀ। ਸੋਢੀ ਕੁਲ ਦੇ ਅਵਤਾਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਪਾਸੋਂ ਮੁਆਵਜ਼ਾ ਮੰਗਦੇ ਹਨ। ਕਿਉਂਕਿ ਪਹਿਲਾਂ ਇਹ ਲੋਕ ਕਾਜੀ ਦੇ ਕੋਲ ਆਪਣੀ ਫਰਿਆਦ ਲੈ ਕੇ, ਆਪਣੀ ਬੇਨਤੀ ਲੈ ਕੇ ਗਏ ਸਨ। ਜਾ ਕੇ ਕਹਿੰਦੇ ਆ ਕਿ ਗੁਰੂ ਸਾਹਿਬ ਨੇ ਸਾਡੇ ਨਾਲ ਬੜੀ ਜ਼ਬਰਦਸਤੀ ਕੀਤੀ ਆ, ਸਾਡੇ ਬੰਦੇ ਮਾਰ ਦਿੱਤੇ, ਸਾਡੇ ਤੇ ਬੜਾ ਕਹਿਰ ਕੀਤਾ ਹੈ। ਸਾਡਾ ਤਾਂ ਕਹਿੰਦੇ ਇੰਨਾ ਧਨ ਬਣਦਾ, ਆ ਸਾਡਾ ਮੁਆਵਜ਼ਾ ਬਣਦਾ ਹੈ। ਕਹਿੰਦੇ ਸਾਡਾ ਕੀ ਕਸੂਰ ਹੈ ਵੀ ਅਸੀਂ ਕਿਉਂ ਨਹੀਂ ਪ੍ਰਾਪਤ ਕਰ ਸਕਦੇ, ਸਾਨੂੰ ਉਹ ਮੁਆਵਜ਼ਾ ਦਿਵਾਇਆ ਜਾਵੇ। ਉਸ ਵੇਲੇ ਜਿਹੜਾ ਬਹਾਦਰ ਸ਼ਾਹ ਦਾ ਮੁੱਖ ਕਾਜੀ ਸੀ ਆਗਰੇ ਦਾ, ਉਹਨੇ ਸਾਧ ਸੰਗਤ ਜੀ ਇਹਨਾਂ ਨੂੰ ਇੱਕ ਇਲਾਮ ਲਿਖ ਕੇ ਦੇਤਾ, ਇੱਕ ਸੁਨੇਹਾ ਲਿਖ ਕੇ ਦੇਤਾ, ਇੱਕ ਚਿੱਠੀ ਸਤਿਗੁਰੂ ਜੀ ਦੇ ਨਾਂ ਤੇ। ਇਹ ਸਾਰੇ ਜਿੰਨੇ ਮੁਸਲਮਾਨ ਸੀ, ਇਹ ਸਾਧ ਸੰਗਤ ਜੀ ਇਕੱਠੇ ਹੋ ਕੇ ਉਹ ਚਿੱਠੀ ਲੈ ਕੇ ਸਤਿਗੁਰੂ ਜੀ ਕੋਲ ਆ ਪਹੁੰਚੇ। ਜਦੋਂ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਨੂੰ ਆਇਆ ਹੋਇਆਂ ਦੇਖਿਆ, ਸਾਰੀ ਸਭਾ ਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਇਹਨਾਂ ਦੀ ਸਾਰੀ ਗੱਲਬਾਤ ਸੁਣ ਲਈ, ਕਿਸ ਵਾਸਤੇ ਆਏ ਆ। ਇਹਨਾਂ ਨੇ ਆਖਿਆ ਜੀ ਸਾਨੂੰ ਕਾਜੀ ਸਾਹਿਬ ਨੇ ਭੇਜਿਆ ਵੀ ਤੁਹਾਡੇ ਤੋਂ ਮੁਆਵਜ਼ਾ ਲੈਣਾ, ਤੁਸੀਂ ਸਾਡੇ ਇੰਨੇ ਬੰਦੇ ਮਾਰ ਦਿੱਤੇ। ਸਤਿਗੁਰੂ ਜੀ ਨੇ ਇਹਨਾਂ ਸਾਰਿਆਂ ਦੀ ਗੱਲ ਸੁਣੀ, ਕਾਜੀ ਦੀ ਚਿੱਠੀ ਵੀ ਦੇਖ ਲਈ। ਔਰ ਉਹਨਾਂ ਸਮਿਆਂ ਦੇ ਵਿੱਚ ਖਾਸ ਕਰਕੇ ਔਰੰਗਜ਼ੇਬ ਦੇ ਰਾਜ ਤੋਂ ਇਹ ਸ਼ੁਰੂ ਹੋਇਆ ਸੀ ਸਿਲਸਿਲਾ ਕਿ ਧਾਰਮਿਕ ਪੁਰਸ਼ ਸੀ ਨਾ ਜਿਹੜੇ ਕੱਟੜ ਇਸਲਾਮੀ ਲੋਕ, ਉਹਨਾਂ ਨੂੰ ਔਰੰਗਜ਼ੇਬ ਬਾਦਸ਼ਾਹ ਬਹੁਤ ਅੱਗੇ ਰੱਖਦਾ ਹੁੰਦਾ ਸੀ। ਇੰਨਾ ਇਹਨਾਂ ਦਾ ਦਬਦਬਾ ਬੋਲਬਾਲਾ ਸੀ ਵੀ ਇੱਕ ਵੇਲੇ ਔਰੰਗਜ਼ੇਬ ਬਾਦਸ਼ਾਹ ਦਾ ਹੁਕਮ ਤਾਂ ਟਲ ਸਕਦਾ ਸੀ, ਪਰ ਜਿਹੜੀ ਮੁਲਾਣੇ ਕਾਜੀ ਗੱਲ ਕਹਿ ਦਿੰਦੇ ਸੀ ਉਹ ਬਾਦਸ਼ਾਹ ਨੂੰ ਵੀ ਸਿਰ ਝੁਕਾ ਕੇ ਮੰਨਣੀ ਪੈਂਦੀ ਸੀ। ਸੋ ਇਹਨਾਂ ਦੇ ਪ੍ਰਭਾਵ ਦੇ ਥੱਲੇ ਹੀ ਆਇਆ ਹੋਇਆ ਔਰੰਗਜ਼ੇਬ ਇੰਨਾ ਤਵੱਸਬੀ ਤੇ ਜ਼ਾਲਮ ਬਣ ਗਿਆ ਸੀ ਕਿ ਧਰਮ ਦੇ ਵਾਧੇ ਵਾਸਤੇ ਹਰ ਜਾਇਜ਼ ਨਜਾਇਜ਼ ਹੀਲਾ ਹਰਬਾ ਉਹਨੇ ਵਰਤਣਾ ਸ਼ੁਰੂ ਕੀਤਾ ਸੀ। ਸੋ ਕਾਜੀ ਨੇ ਬੜੇ ਮਾਣ ਦੇ ਨਾਲ ਚਿੱਠੀ ਲਿਖੀ ਆ ਵੀ ਮੇਰਾ ਕਿਹਾ ਤਾਂ ਕੋਈ ਮੋੜਦਾ ਨਹੀਂ। ਸੋ ਇਹ ਚਿੱਠੀ ਲੈ ਕੇ ਜਿਸ ਵੇਲੇ ਸਤਿਗੁਰੂ ਜੀ ਕੋਲੇ ਆਏ, ਇਹਨਾਂ ਦੀ ਸਾਰੀ ਗੱਲਬਾਤ ਸੁਣ ਕੇ ਸਤਿਗੁਰੂ ਜੀ ਨੇ ਆਖਿਆ, ਕਹਿਣ ਲੱਗੇ ਸੁਣੋ ਪਠਾਣੋ ਅਬ ਤੁਮ ਜਾਏ। ਕਹਿੰਦੇ ਹੇ ਪਠਾਣੋ ਤੁਸੀਂ ਕਹਿੰਦੇ ਸੁਣੋ ਮੇਰੀ ਗੱਲਬਾਤ, ਤੁਸੀਂ ਆ ਮੇਰੀ ਵਿਚਾਰ ਸੁਣੋ ਤੇ ਇੱਥੋਂ ਚਲੇ ਜਾਓ। ਜਾ ਕੇ ਆਪਣੇ ਕਾਜੀ ਨੂੰ ਇਹ ਗੱਲ ਸਮਝਾ ਦਿਓ। ਕਹਿੰਦੇ ਤੁਹਾਡੀ ਲਸ਼ਕਰ, ਤੁਹਾਡੀ ਫੌਜ ਆ ਜਿਹੜੀ, ਇਹਦੇ ਵਿੱਚ ਬਹੁਤ ਸਾਰੀਆਂ ਮੱਖੀਆਂ ਵੀ ਹਨ
ਔਰ ਇਹ ਮੱਖੀਆਂ ਤੁਹਾਡੀ ਫੌਜ ਦਾ ਜਿਹੜੇ ਖਾਣੇ ਉੱਤੇ ਬਹਿ ਜਾਂਦੀਆਂ ਇਹਨੂੰ ਮਕਰੂ ਕਰ ਦਿੰਦੀਆਂ, ਇਹਨੂੰ ਅਪਵਿੱਤਰ ਨਾਪਾਕ ਕਰ ਦਿੰਦੀਆਂ, ਬੈਠ ਕੇ ਗੰਦਾ ਕਰ ਦਿੰਦੀਆਂ ਹਨ। ਤਿਨ ਪਰ ਪ੍ਰਥਮ ਇਲਾਮ ਕਟਾਵ। ਜੇ ਕਹਿੰਦਾ ਹਰ ਜਗ੍ਹਾ ਮੁਆਵਜ਼ੇ ਦੀ ਗੱਲ ਕਰਦੇ ਹੋ ਨਾ, ਤੇ ਪਹਿਲਾਂ ਉਹ ਮੱਖੀਆਂ ਨੂੰ ਮੁਆਵਜ਼ਾ ਦੇਣ ਵਾਸਤੇ ਚਿੱਠੀ ਲਿਖ ਕੇ ਭੇਜੋ। ਲੈ ਖਾਣੇ ਪਰ ਥਿਰ ਹਟਾਵ। ਉਹਨਾਂ ਨੂੰ ਹਟਾ ਕੇ ਦਿਖਾਓ ਵੀ ਸਾਡੇ ਖਾਣੇ ਦੇ ਉੱਤੇ ਨਾ ਬੈਠਿਆ ਕਰਨ। ਇਮ ਕੈਸੋ ਇਲਾਮ ਗੁਰ ਪਾਰਾ। ਇਉਂ ਕਹਿ ਕੇ ਸਮਝਾ ਕੇ ਇਹਨਾਂ ਨੂੰ, ਭਾਈ ਜੰਗ ਦੇ ਵਿੱਚ ਤਾਂ ਅਸੀਂ ਤਾਂ ਪਹਿਲੀ ਗੱਲ ਕਿਸੇ ਕੋਲ ਚੜ੍ਹ ਕੇ ਨਹੀਂ ਗਏ, ਜਿਹੜਾ ਕੋਈ ਚੜ੍ਹ ਕੇ ਆਇਆ ਉਹਦਾ ਜਵਾਬ ਹੀ ਅਸੀਂ ਦਿੱਤਾ ਹੈ। ਤੇ ਜੰਗ ਦੇ ਵਿੱਚ ਜਦੋਂ ਸਾਹਮਣੇ ਵਾਲੇ ਸੂਰਮਿਆਂ ਦੇ ਹੱਥੋਂ ਕੋਈ ਮਰਦਾ ਤੇ ਉੱਥੇ ਕੋਈ ਮੁਆਵਜ਼ਾ ਨਹੀਂ ਮੰਗਿਆ ਜਾਂਦਾ ਹੁੰਦਾ। ਉਹਦੇ ਤੋਂ ਮੁਆਵਜ਼ਾ ਮੰਗਣ ਦਾ ਕਿਹੜਾ ਇਹ ਰੂਲ, ਕਿਹੜਾ ਨਿਯਮ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਉਂ ਕਹਿ ਕੇ ਜਿਹੜੀ ਕਾਜੀ ਨੇ ਚਿੱਠੀ ਲਿਖੀ ਸੀ ਉਹ ਆਪਣੇ ਹੱਥੀਂ ਪਾੜ ਦਿੱਤੀ। ਜਿਜ ਕਰਤੇ ਅਮਨੀ ਪਰ ਡਾਰਾ। ਔਰ ਪਾੜ ਕੇ ਆਪਣੇ ਹੱਥੀਂ ਸਤਿਗੁਰੂ ਜੀ ਨੇ ਵਗਾ ਕੇ ਧਰਤੀ ਤੇ ਮਾਰੀ, ਟੁਕੜੇ ਟੁਕੜੇ ਕਰਕੇ। ਇੱਕ ਪਠਾਨ ਸਗਰੇ ਤਿ ਸਮਾਈ। ਜਦੋਂ ਆਹ ਗੱਲ ਦੇਖੀ ਵੀ ਸਾਡੇ ਕਾਜੀ ਸਾਹਿਬ, ਸਾਡੇ ਮੌਲਵੀ ਸਾਹਿਬ ਦਾ ਹੁਕਮ ਤਾਂ ਕੋਈ ਮੋੜਦਾ ਹੀ ਨਹੀਂ, ਬਾਦਸ਼ਾਹ ਜਿਨ੍ਹਾਂ ਦੀ ਹਰ ਗੱਲ ਮੰਨਦਾ, ਕਾਜੀ ਸਾਹਿਬ ਦੀ ਚਿੱਠੀ ਪਾੜ ਦਿੱਤੀ ਇਹਨਾਂ ਨੇ। ਸੁਣ ਕੇ ਦੇਖ ਕੇ ਬੜੇ ਹੈਰਾਨ ਪਰੇਸ਼ਾਨ ਹੋਏ। ਉਠ ਕਾਜੀ ਟਗ ਤੋਰਨ ਆਈ। ਉਸੇ ਵੇਲੇ ਉੱਠ ਕੇ ਕਾਜੀ ਦੇ ਕੋਲ ਜਾ ਪਹੁੰਚੇ। ਗੁਰੂ ਰਾਮਨ ਕਾਗਦ ਪਾਰਾ। ਕਹਿੰਦੇ ਕਾਜੀ ਸਾਹਿਬ ਤੁਸੀਂ ਗੁਰੂ ਕੋਲੇ ਭੇਜਿਆ ਸਾਨੂੰ ਮੁਆਵਜ਼ਾ ਲੈਣ ਵਾਸਤੇ, ਪਰ ਗੁਰੂ ਨਹੀਂ ਮੰਨਦਾ, ਉਲਟਾ ਉਹਨਾਂ ਨੇ ਤਾਂ ਤੁਹਾਡਾ ਦਿੱਤਾ ਹੋਇਆ ਕਾਗਜ਼, ਤੁਹਾਡੀ ਦਿੱਤੀ ਚਿੱਠੀ ਵੀ ਪਾੜ ਕੇ ਸੁੱਟ ਦਿੱਤੀ। ਦਲ ਮੱਖੀਆਂ ਪਰ ਪਠ ਉਚਾਰਾ। ਤੇ ਸਾਨੂੰ ਤਾਂ ਆਹ ਗੱਲ ਆਖੀ ਹੈ ਵੀ ਦਲ ਦੇ ਵਿੱਚ ਜਿਹੜੀਆਂ ਮੱਖੀਆਂ, ਪਹਿਲਾਂ ਉਹਨਾਂ ਕੋਲੇ ਜਾ ਕੇ ਮੁਆਵਜ਼ਾ ਮੰਗੋ। ਸੁਣ ਕਾਜੀ ਜਰ ਬਰ ਕੈ ਚਾਰ। ਕਾਜੀ ਨੇ ਜਦੋਂ ਆਹ ਗੱਲ ਸੁਣੀ ਵੀ ਮੇਰੀ ਚਿੱਠੀ ਪਾੜਤੀ, ਮੇਰੇ ਹੁਕਮ ਨੂੰ ਮੰਨਿਆ ਨਹੀਂ, ਜਲ ਬਲ ਕੇ ਕੋਲੇ ਹੋ ਗਿਆ। ਉਪਿਉਰ ਲੈਣ ਲਖੈ ਗਵਾਰੀ। ਬਹੁਤ ਗੁੱਸੇ ਹੋਇਆ ਦਿਲ ਦੇ ਵਿੱਚ। ਸੋ ਮੂਰਖ ਨੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਦਸ਼ਾ ਨੂੰ, ਗਤ ਨੂੰ ਜਾਣਿਆ ਨਹੀਂ। ਅਪਰ ਪਾਵ ਨਹੀਂ ਕੁਛ ਚਾਲਾਈ। ਜਦੋਂ ਇਹਦਾ ਕੋਈ ਹੋਰ ਯਤਨ ਨਹੀਂ ਚੱਲਿਆ, ਸਮੀਪ ਗਇਓ ਤਿਸ ਕਾਲਾ। ਉਸ ਵੇਲੇ ਬਹਾਦਰ ਸ਼ਾਹ ਬਾਦਸ਼ਾਹ ਦੇ ਕੋਲ ਗਿਆ। ਕਇਓ ਇਲਾਮ ਗੁਰੂ ਨੇ ਬੇਰਾ। ਕਹਿੰਦਾ ਬਹਾਦਰ ਸ਼ਾਹ ਆ ਵੇਖ ਕਿੰਨਾ ਕਹਿਰ ਹੋਇਆ, ਆ ਮੇਰਾ ਕਾਜੀ ਦਾ ਦਿੱਤਾ ਹੋਇਆ ਰੁੱਕਾ, ਮੇਰਾ ਕਾਜੀ ਦਾ ਦਿੱਤਾ ਹੋਇਆ ਹੁਕਮ ਗੁਰੂ ਗੋਬਿੰਦ ਸਿੰਘ ਨੇ ਪਾੜ ਕੇ ਸੁੱਟ ਦਿੱਤਾ, ਬੇਅਦਬੀ ਕੀਤੀ ਹੈ। ਆਨੰਦ ਕਰੈ ਸ਼ਰੈ ਸੁਦੀਰਾਈ। ਸਾਡੀ ਤਾਂ ਸ਼ਰ੍ਹਾ ਦੀ ਬੇਅਦਬੀ ਕਰ ਦਿੱਤੀ ਗੁਰੂ ਨੇ। ਕਾਗਦ ਪਾਰ ਤਰਾ ਪਰ ਡਾਰਾ। ਕਾਗਜ਼ ਫਾੜ ਕੇ ਧਰਤੀ ਦੇ ਉੱਤੇ ਸੁੱਟ ਦਿੱਤਾ। ਮੈਂ ਕੈਸੇ ਉਰ ਮੈਂ ਡਰ ਧਾਰਾ। ਔਰ ਕਿਸੇ ਪ੍ਰਕਾਰ ਦਾ ਵੀ ਡਰ ਹਿਰਦੇ ਵਿੱਚ ਨਹੀਂ ਧਾਰਨ ਕੀਤਾ। ਸੁਣ ਗਏ ਪਾਤਸ਼ਾਹ ਰਸ ਸਾਰ। ਜਦੋਂ ਬਹਾਦਰ ਸ਼ਾਹ ਬਾਦਸ਼ਾਹ ਨੇ ਆਹ ਗੱਲ ਸੁਣੀ ਤਾਂ ਮਨ ਦੇ ਵਿੱਚ ਉਸਨੇ ਬਹੁਤ ਗੁੱਸਾ ਭਰ ਲਿਆ। ਕਾਜੀ ਪਰ ਹੋਇਓ ਇਤਰਾਜ। ਉਹ ਗੁੱਸਾ ਸੀ ਨਾ ਸਾਧ ਸੰਗਤ, ਉਹ ਗੁਰੂ ਸਾਹਿਬ ਉੱਤੇ ਨਹੀਂ ਸੀ, ਸਗੋਂ ਉਲਟਾ ਕਾਜੀ ਦੇ ਉੱਤੇ ਹੀ ਬਹੁਤ ਇਤਰਾਜ਼ ਜਤਾਇਆ। ਇਹ ਤਾਂ ਕੀਨ ਮਤ ਮੰਦੀ। ਕਾਜੀ ਨੂੰ ਕਹਿਣ ਲੱਗਾ, ਮਾੜੀ ਮੱਤ ਵਾਲਿਆ, ਖੋਟੀ ਮੱਤ ਵਾਲਿਆ, ਇਹ ਤੈਂ ਕੀ ਪੁੱਠਾ ਕੰਮ ਕਰ ਲਿਆ? ਜਦ ਇਲਾਹੀ ਫਕਰ ਬਿਲੰਦੀ। ਤੈਨੂੰ ਪਤਾ ਨਹੀਂ ਉਹ ਤਾਂ ਇਲਾਹੀ ਜਾਤ, ਅੱਲਾ ਦੀ ਜਾਤ, ਵਾਹਿਗੁਰੂ ਪਰਮੇਸ਼ਰ ਦਾ ਸਰੂਪ ਹਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ। ਔਰ ਫਕਰ ਹਨ, ਕਿਸੇ ਪ੍ਰਕਾਰ ਦੀ ਪਰਵਾਹ ਨਹੀਂ ਕਰਦੇ, ਬੇਪਰਵਾਹ ਫਕੀਰ ਹਨ। ਤਿਨ ਪਰ ਕੈਸੇ ਪਠਿਓ ਐਲਾਨ। ਕਹਿੰਦਾ ਉਹਨਾਂ ਦੇ ਉੱਤੇ ਤੂੰ ਕਿਵੇਂ ਚਿੱਠੀ ਲਿਖ ਕੇ ਭੇਜਤੀ, ਉਹਨਾਂ ਦੇ ਉੱਤੇ ਤੇਰਾ ਹੁਕਮ ਕਿਵੇਂ ਚੱਲੇਗਾ? ਇਹ ਤੈਂ ਕੀਨ ਗੁਰੂ ਕੋ ਕਾਮ। ਕਾਜੀ ਸਾਹਿਬ ਇਹ ਤੈਂ ਬਹੁਤ ਬੁਰਾ ਕੰਮ ਕੀਤਾ। ਜਨ ਆਗੇ ਕਰ ਜੋ ਨਰ ਬਣੇ। ਇਹੋ ਜਿਹੇ ਜਿਹੜੇ ਰੱਬ ਦੇ ਪਿਆਰੇ ਐ, ਇਹਨਾਂ ਦੇ ਅੱਗੇ ਤਾਂ ਹੱਥ ਜੋੜਨੇ ਬਣਦੇ ਹਨ। ਤਿਨ ਪਰ ਹੁਕਮ ਆਪਣਾ ਭਰੈ। ਤੂੰ ਉਹਨਾਂ ਦੇ ਉੱਤੇ ਆਪਣਾ ਹੁਕਮ ਚਲਾਇਆ ਚਾਹੁੰਦਾ ਹੈ। ਤਿਮ ਕਹਿ ਕਾਜੀ ਕੀਨ ਤਗੀਰਾ। ਕਿਉਂ ਕਹਿ ਕੇ ਤੇ ਨਾਲ ਦੀ ਨਾਲ ਬਹਾਦਰ ਸ਼ਾਹ ਬਾਦਸ਼ਾਹ ਨੇ ਉਹ ਕਾਜੀ ਦੀ ਉੱਥੋਂ ਬਦਲੀ ਕਰ ਦਿੱਤੀ। ਗੁਰ ਕੋ ਜਾਣਿਓ ਪੀਰਨ ਪੀਰਾ। ਸਤਿਗੁਰੂ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਇਹਦੇ ਭਰਾ ਨੂੰ ਮਾਰ ਕੇ ਮੈਦਾਨੇ ਜੰਗ ਵਿੱਚ ਇਹਨੂੰ ਰਾਜ ਭਾਗ ਦਾ ਮਾਲਕ ਬਣਾਇਆ,
ਹੋਰ ਕਈ ਜਗ੍ਹਾ ਇਸ ਦੀ ਤਸੱਲੀ ਕਰਵਾਈ ਹੈ। ਇਹ ਸਤਿਗੁਰੂ ਸਾਹਿਬ ਜੀ ਨੂੰ ਪੀਰਾਂ ਦਾ ਵੀ ਪੀਰ ਜਾਣਦਾ ਹੈ, ਬੜੀ ਸ਼ਰਧਾ ਭਾਵਨਾ ਰੱਖਦਾ ਹੈ। ਸਰਦਨ ਦਈ ਮੋਏ ਕੋ ਜਾਣੈ। ਮਨ ਦੇ ਵਿੱਚ ਵਿਚਾਰਦਾ ਹੈ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਮੈਨੂੰ ਆ ਰਾਜ ਭਾਗ ਪਾਤਸ਼ਾਹੀ ਬਖਸ਼ੀ ਹੈ। ਸੋ ਕੈਸੇ ਕਰ ਇਮਨਹਿ ਮਾਨੈ। ਸੋ ਉਹਨਾਂ ਦੇ ਨਾਲ ਇਸ ਪ੍ਰਕਾਰ ਕਿਵੇਂ ਕੀਤਾ ਜਾ ਸਕਦਾ ਹੈ। ਸੋ ਉਹਨਾਂ ਦੇ ਨਾਲ ਇਸ ਪ੍ਰਕਾਰ ਦਾ ਕੋਈ ਦੁਰਵਿਹਾਰ ਨਹੀਂ ਕਰਨਾ ਚਾਹੀਦਾ। ਰਾਜਾ ਇੱਕ ਜੈ ਸਿੰਘ ਸਵਾਈ। ਸਾਧ ਸੰਗਤ ਜੀ, ਜੈਪੁਰ ਅਤੇ ਜੋਧਪੁਰ ਇਹ ਰਾਜਪੂਤਾਨੇ ਦੀਆਂ ਰਾਜਸਥਾਨ ਦੀਆਂ ਰਿਆਸਤਾਂ ਹਨ ਵੱਡੀਆਂ। ਸੋ ਉੱਥੋਂ ਦਾ ਇੱਕ ਰਾਜਾ ਜੈ ਸਿੰਘ ਸਵਾਈ ਨਾਮ ਦਾ, ਦੁਤੀ ਅਜੀਤ ਸਿੰਘ ਨਰ ਰਾਈ। ਤੇ ਜੋਧਪੁਰ ਦਾ ਰਾਜਾ ਅਜੀਤ ਸਿੰਘ, ਇਹ ਦੋਵੇਂ ਰਾਜੇ ਉਤਰੇ ਉਦੇਸ ਲਸ਼ਕਰ ਮਾਹੀ। ਇਹ ਆਪਣੇ ਫੌਜਾਂ ਦੇ ਸਮੇਤ ਉੱਥੇ ਆ ਕੇ ਉਤਰੇ ਹੋਏ ਸਨ। ਸਰਗਰ ਸ਼ੋਭਾ ਸੁਣ ਕਰ ਤਾਹੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਮਹਿਮਾ ਸ਼ੋਭਾ ਨੂੰ ਸੁਣ ਕਰਕੇ ਉੱਥੇ ਨਿਰਵੇਦ ਸੋ ਚਲ ਕਰ ਆਈ। ਇਹ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ, ਮਿਲਣ ਵਾਸਤੇ ਚੱਲ ਕੇ ਆਏ ਦੋਵੇਂ ਰਾਜੇ। ਦਵੈਸ ਤਨ ਕੋਰ ਕਹੁ ਲਿਆਈ। ਦੋਵੇਂ ਆਪੋ ਆਪਣੇ ਹੱਥਾਂ ਦੇ ਵਿੱਚ ਬਹੁਤ ਸਾਰੇ ਧਨ ਪਦਾਰਥ, ਭੇਟਾਵਾਂ ਔਰ ਘੋੜੇ ਆਦਿਕ ਸਤਿਗੁਰੂ ਪਾਤਸ਼ਾਹ ਵਾਸਤੇ ਲੈ ਕੇ ਆਏ। ਸੰਗ ਬਾਤ ਸਭਨ ਕੀ ਪੀਰ। ਨਾਲ ਇਹਨਾਂ ਦੇ ਹੋਰ ਯੋਧਿਆਂ ਦੀ ਬਹੁਤ ਭੀੜ ਹੈ, ਬਹੁਤ ਫੌਜ ਹੈ। ਪਹੁੰਚੇ ਆਨ ਪ੍ਰਭੂ ਕੇ ਤੀਰ। ਆ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਪਹੁੰਚੇ। ਕਰ ਭਗਨ ਮੋ ਹੁਕਮ ਦੇ ਤੇਰੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਨਮਸਕਾਰ ਕੀਤੀ, ਸਤਿਗੁਰੂ ਜੀ ਦਾ ਹੁਕਮ ਪਾ ਕੇ ਬੈਠ ਗਏ। ਬਦਲ ਭਏ ਗੁਰ ਦਰਸ਼ਨ ਕਰੀ। ਬਹੁਤ ਪ੍ਰਸੰਨ ਹੋਏ, ਬੜੇ ਖੁਸ਼ ਹੋਏ ਸਤਿਗੁਰੂ ਜੀ ਦਾ ਦਰਸ਼ਨ ਕਰਕੇ। ਸ੍ਰੀ ਮੁਖ ਕਰ ਬੁਝੇ ਤੇ ਸਮਾਏ। ਉਸ ਵੇਲੇ ਸਤਿਗੁਰ ਸੱਚੇ ਪਾਤਸ਼ਾਹ ਜੀ ਬਚਨ ਕਰਕੇ ਇਹਨਾਂ ਨੂੰ ਪੁੱਛਦੇ ਹਨ। ਆਪਣਾ ਪ੍ਰਸੰਗ ਸੁਨਾਵ ਹਮੈ। ਸਤਿਗੁਰੂ ਜੀ ਕਹਿੰਦੇ, ਭਾਈ ਆਪਣਾ ਪ੍ਰਸੰਗ, ਕੋਈ ਆਪਣੇ ਬਾਰੇ ਗੱਲਬਾਤ ਸਾਨੂੰ ਦੱਸੋ। ਕਿਤਕ ਬਾਣੀ ਰੱਖਣ ਕੀਰਾ। ਕਿੰਨੀ ਕੁ ਫੌਜ ਤੁਸੀਂ ਰੱਖੀ ਹੋਈ ਹੈ ਰਾਜ ਤਮੋਟ ਗਹਿ ਜੋ ਬਡੇਰਾ। ਔਰ ਤੁਹਾਡੇ ਕੋਲ ਰਾਜ ਕਿੰਨਾ ਕੁ ਵੱਡਾ ਹੈ, ਕਿੱਥੋਂ ਕੁ ਤੱਕ ਤੁਹਾਡਾ ਰਾਜ ਫੈਲਿਆ ਹੋਇਆ ਹੈ। ਸੁਨ ਰਾਜਨ ਕਰ ਜੋਰ ਚਾਰੇ। ਉਸ ਵੇਲੇ ਇਹਨਾਂ ਦੋਵੇਂ ਰਾਜਿਆਂ ਨੇ, ਜੈ ਸਿੰਘ ਸਵਾਈ ਨੇ ਤੇ ਰਾਜਾ ਅਜੀਤ ਸਿੰਘ ਨੇ, ਦੋਵਾਂ ਨੇ ਹੱਥ ਜੋੜ ਕੇ ਆਖਿਆ, ਦੀਸ਼ ਬਟੋਰਨ ਕਰੈ ਜੇ ਸਾਰੀ। ਮਹਾਰਾਜ ਇੱਕ ਕਹਿਣ ਲੱਗਾ ਵੀ ਜੇ ਸਾਰੇ ਦੇਸ਼ ਦੇ ਵਿੱਚੋਂ, ਸਾਰੇ ਆਪਣੇ ਇਲਾਕੇ ਵਿੱਚੋਂ, ਰਾਜ ਵਿੱਚੋਂ ਸਾਰੀ ਸੈਨਾ ਇਕੱਠੀ ਕਰੀਏ ਸਵਾ ਲੱਖ ਘੋੜਾ ਹੋਈ ਜਾਈ। ਤੇ ਮਹਾਰਾਜ ਜਿੰਨੀ ਸਾਡੇ ਕੋਲੇ ਘੋੜ ਸਵਾਰ ਫੌਜ ਹੈ, ਇਕੱਲੀ ਘੋੜ ਸਵਾਰ ਫੌਜ ਹੀ 1.25 ਲੱਖ ਹੋ ਜਾਵੇਗੀ। ਸਭ ਕੋ ਖਰਚ ਚਲੈ ਸਮਝਾਈ। ਔਰ ਇਸ ਪ੍ਰਕਾਰ ਜੇ ਕਹਿੰਦੇ ਅਸੀਂ ਇਸ ਜਿਹੜੀ ਸਾਰੀ ਫੌਜ ਹੈ, ਇਹਦਾ ਖਰਚਾ ਨਾ ਜਿਹੜਾ, ਇਹ ਸਾਰਾ ਪਰਜਾ ਦੇ ਕੋਲੇ ਹੀ ਸਾਡਾ ਚੱਲਦਾ ਹੈ। ਧਨੀ ਤੇਗ ਕੇ ਬੜ ਰਜਪੂਤ। ਔਰ ਅਸੀਂ ਜਿਹੜੇ ਰਾਜਪੂਤ ਰਾਜੇ ਹੁੰਦੇ ਆ ਨਾ, ਅਸੀਂ ਤੇਗ ਦੇ ਬੜੇ ਧਨੀ ਹੁੰਦੇ ਆ। ਸ਼ਸਤਰਾਂ ਦੇ ਵਿੱਚ ਸਾਡਾ ਬੜਾ ਹੱਥ ਚੱਲਦਾ ਹੈ, ਬੜੇ ਯੋਧੇ ਸੂਰਮੇ ਹਾਂ। ਸ਼ਿਨ ਮੈਂ ਰਿਪਗੋ ਕਰਤ ਕਸੂਤ। ਅਸੀਂ ਸ਼ਨਪਲਾਂ ਦੇ ਵਿੱਚ ਹੀ ਆਪਣੇ ਦੁਸ਼ਮਣ ਨੂੰ ਕਾਬੂ ਕਰ ਲੈਂਦੇ ਹਾਂ, ਮਾਰ ਦਿੰਦੇ ਹਾਂ। ਜਿਗਟ ਦਾਨ ਕੇ ਲੱਖ ਘਟਾਈ। ਤੇ ਮਹਾਰਾਜ ਸਾਡੇ ਦੋਵਾਂ ਕੋਲੇ ਜਿਹੜੀ ਫੌਜ ਆ ਨਾ ਘੋੜ ਸਵਾਰ, ਉਹ 2.5 ਲੱਖ ਹੈ। ਸੰਗ ਚਲੇ ਘੋੜਾ ਸਮਦਾਈ। ਸਾਡੇ ਨਾਲ ਹੀ ਚੜ੍ਹਾਈ ਕਰਦੀ ਹੈ ਫੌਜ ਘੋੜਿਆਂ ਦੇ ਉੱਤੇ ਸਾਰੀ। ਸ੍ਰੀ ਮੁਖ ਤੇ ਤਿਨ ਪ੍ਰਤ ਫਰਮਾਇਓ। ਉਸ ਵੇਲੇ ਸਤਿਗੁਰ ਸੱਚੇ ਪਾਤਸ਼ਾਹ ਕਹਿਣ ਲੱਗੇ ਉਹਨਾਂ ਨੂੰ, ਲਸ਼ਕਰ ਦੇ ਸੁਨਹਿਦ ਕਾਇਓ। ਸਤਿਗੁਰੂ ਕਹਿੰਦੇ, ਭਾਈ ਤੁਹਾਡੇ ਕੋਲੇ ਫੌਜ ਤਾਂ ਬਹੁਤ ਹੈ, ਰਾਜ ਭਾਗ ਵੀ ਤੁਹਾਡਾ ਬਹੁਤ ਫੈਲਿਆ ਹੋਇਆ ਹੈ, ਤੇਜ ਵਿਸਾਲ ਸਤਰ ਬੜ ਧਾਰੀ। ਔਰ ਤੁਹਾਡਾ ਤੇਜ ਪ੍ਰਤਾਪ ਵੀ ਬਹੁਤ ਹੈ, ਤੁਸੀਂ ਚੰਗੇ ਸ਼ਸਤਰਧਾਰੀ ਯੋਧੇ ਵੀ ਹੋ। ਪੂਰੀ ਬਾਰਤਾਈ ਕਤਮਾਰੀ। ਪਰ ਭਾਈ ਤੁਹਾਡੇ ਵਿੱਚ ਇੱਕ ਗੱਲ ਬੜੀ ਬੁਰੀ ਹੈ, ਬੜੀ ਭੈੜੀ ਆਦਤ ਹੈ। ਗਊ ਕਸਾਈ ਕੀ ਕਰ ਦੇਤਾ। ਤੁਸੀਂ ਗਊਆਂ ਕਸਾਈਆਂ ਨੂੰ ਵੱਢਣ ਵਾਸਤੇ ਦੇ ਦਿੰਦੇ ਹੋ। ਧਰਮ ਵਿਨਾਸ਼ ਆਪਨ ਕਰ ਲੇਤਾ।
ਇਸ ਤਰ੍ਹਾਂ ਗਊਆਂ ਕਸਾਈਆਂ ਨੂੰ ਫੜਾ ਕੇ ਆਪਣੇ ਧਰਮ ਦਾ ਤੁਸੀਂ ਨਾਸ਼ ਕਰ ਲੈਂਦੇ ਹੋ। ਨਰਪਤ ਸੁਣ ਗੁਰ ਤੇਜ ਸਮਾਈ। ਸੋ ਇਸ ਪ੍ਰਕਾਰ ਜਦੋਂ ਇਹਨਾਂ ਨੇ ਸੁਣਿਆ, ਦੋਵੇਂ ਰਾਜਿਆਂ ਨੇ ਬੜੇ ਹੈਰਾਨ ਹੋਏ ਸਤਿਗੁਰੂ ਜੀ ਤੇ ਇਹ ਬਚਨ ਸੁਣ ਕੇ। ਚਿਤ ਮੈਂ ਚਿਤਵਤ ਲਖਿਓ ਨ ਜਾਈ। ਮਨ ਦੇ ਵਿੱਚ ਚੇਤਾ ਕਰਦੇ ਆ, ਪਰ ਜਾਣਿਆ ਨਹੀਂ ਜਾਂਦਾ ਵੀ ਅਸੀਂ ਗਊਆਂ ਕਿਹੜੇ ਵੇਲੇ ਕਸਾਈਆਂ ਨੂੰ ਫੜਾ ਦਿੱਤੀਆਂ। ਇਉਂ ਇਹ ਚਿਤਵ ਨਹੀਂ ਚਿਤਵਦੇ, ਮਨ ਵਿੱਚ ਸੋਚਾਂ ਵਿੱਚ ਪੈ ਗਏ। ਸਗਲ ਦੇਸ਼ ਦੇ ਵਿਠ ਕੇ ਸਤਾਈ। ਅਸੀਂ ਤਾਂ ਮਹਾਰਾਜ ਸਾਰੇ ਦੇਸ਼ ਦੇ ਵਿੱਚ ਕਿਸੇ ਵੀ ਥਾਂ ਕਸਾਈਆਂ ਨੂੰ ਰਹਿਣ ਨਹੀਂ ਦਿੰਦੇ। ਬਸਨ ਨ ਦਏ ਕਸਾਬ ਕਦਾਈ। ਕਿਤੇ ਵੀ ਕਸਾਈ ਵਸਣ ਨਹੀਂ ਦਿੰਦੇ, ਨਾਲ ਦੀ ਨਾਲ ਮਰਵਾ ਦਿੰਦੇ ਹਾਂ। ਜੈ ਲਗਾ ਮਰੀ ਪਾਰ ਦਸਾਈ। ਜਿੱਥੋਂ ਤੱਕ ਸਾਡਾ ਵਾਹ ਲੱਗਦਾ ਹੈ, ਟੈ ਕਸਾਬ ਤੁਰਤ ਬਿਨ ਸਾਈ। ਸਾਨੂੰ ਪਤਾ ਲੱਗ ਜਾਏ ਸਹੀ, ਉਸੇ ਵੇਲੇ ਕਸਾਈਆਂ ਨੂੰ ਮਰਵਾ ਦਿੰਦੇ ਹਾਂ। ਕਹਤੇ ਆਪ ਸੁਣੀ ਫਰਮਾਓ। ਮਹਾਰਾਜ ਆਪ ਜੀ ਨੇ ਇਹ ਗੱਲ ਕਿਹਦੇ ਕੋਲੋਂ ਸੁਣ ਲਈ ਕਿ ਅਸੀਂ ਕਸਾਈਆਂ ਨੂੰ ਗਊਆਂ ਫੜਾ ਦਿੰਦੇ ਹਾਂ? ਇਹ ਸਾਨੂੰ ਦੱਸੋ। ਦੇ ਉਪਦੇਸ਼ ਉਲਟਾਵੋ। ਤੇ ਮਹਾਰਾਜ ਸੱਚੇ ਪਾਤਸ਼ਾਹ, ਜਿਸ ਕਰਕੇ ਹੋ ਸਕਦਾ ਸਾਡੇ ਧਿਆਨ ਵਿੱਚ ਕੋਈ ਗੱਲ ਨਾ ਹੋਵੇ, ਤੇ ਆਪ ਜੀ ਜਿਵੇਂ ਸਾਨੂੰ ਉਪਦੇਸ਼ ਬਖਸ਼ੋਗੇ ਤੇ ਅਸੀਂ ਉਸੇ ਤਰ੍ਹਾਂ ਆਪ ਜੀ ਦੇ ਅਨੁਸਾਰੀ ਹੋ ਕੇ ਹਟਾ ਦੇਵਾਂਗੇ, ਰੋਕ ਦੇਵਾਂਗੇ। ਸ੍ਰੀ ਮੁਖ ਤੇ ਫਰਮਾਇਓ ਭੇਤ। ਉਸ ਵੇਲੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇਹ ਭੇਤ ਦੀ ਰਾਜ ਦੀ ਗੱਲ ਆਪਣੇ ਮੁਖੋਂ ਫਰਮਾਈ। ਤਨ ਜਾ ਤੁਰਗਣ ਕੋ ਤੁਮ ਦੇਤਾ। ਕਹਿੰਦੇ ਭਾਈ, ਤੁਸੀਂ ਪ੍ਰਤੱਖ ਤੌਰ ਤੇ ਗਊਆਂ ਨਹੀਂ ਕਸਾਈਆਂ ਨੂੰ ਫੜਾਉਂਦੇ, ਪਰ ਤੁਸੀਂ ਆਪਣੀਆਂ ਧੀਆਂ ਦੇ ਰਿਸ਼ਤੇ ਆ ਮੁਗਲਾਂ ਨੂੰ, ਮੁਸਲਮਾਨਾਂ ਨੂੰ ਦਿੰਦੇ ਹੋ, ਆਪਣੀਆਂ ਧੀਆਂ ਦਿੰਦੇ ਹੋ। ਤੇ ਪਰੇ ਨਾ ਉਗਣ ਔਰ। ਸਤਿਗੁਰੂ ਕਹਿੰਦੇ ਇਹ ਤਾਂ ਕਸਾਈਆਂ ਨੂੰ ਗਊ ਫੜਾਉਣ ਤੋਂ ਵੀ ਵੱਡਾ ਪਾਪ ਤੁਸੀਂ ਕਰਦੇ ਹੋ, ਕਿਉਂਕਿ ਸਾਧ ਸੰਗਤ ਇਹ ਜਿਹੜੇ ਰਾਜਪੂਤ ਲੋਕ ਸੀ ਨਾ, ਇਹ ਆਪਣੀਆਂ ਧੀਆਂ ਦੇ ਡੋਲੇ ਇਹਨਾਂ ਮੁਗਲਾਂ ਨੂੰ ਦਿੰਦੇ ਤੇ ਇਹਨਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ। ਰਾਜ ਭਾਗ ਇਹਨਾਂ ਦਾ ਆਪੋ ਆਪਣਾ ਸੀ, ਪਰ ਰਹਿੰਦੇ ਇਹਨਾਂ ਦੇ ਅਧੀਨ ਹੋ ਕੇ ਸੀ, ਇਹਨਾਂ ਦੇ ਅਨੁਸਾਰੀ ਹੋ ਕੇ ਚੱਲਦੇ। ਜਿਵੇਂ ਆਪਾਂ ਇਤਿਹਾਸ ਦੇ ਵਿੱਚ ਬਹੁਤ ਸਾਰੀਆਂ ਵਾਰਤਾਵਾਂ ਆਉਂਦੀਆਂ, ਰਾਜੇ ਅਕਬਰ ਦੀ ਆਉਂਦੀ ਹੈ। ਉਹ ਯੋਧਾ ਬਾਈ ਹਿੰਦੂਆਂ ਦੀ ਲੜਕੀ ਵਿਆਹੀ ਹੋਈ ਸੀ ਉਹਨੂੰ। ਸੋ ਯੋਧਾ ਅਕਬਰ ਦੀਆਂ ਆਪਾਂ ਕਥਾ ਕਹਾਣੀਆਂ ਸੁਣਦੇ ਹਾਂ। ਇਸ ਤਰ੍ਹਾਂ ਬਹੁਤ ਸਾਰੇ ਜਿਹੜੇ ਇਹ ਰਾਜਪੂਤ ਰਾਜੇ ਸੀ ਨਾ, ਤੁਰਕਾਂ ਨੂੰ ਆਪਣੀਆਂ ਧੀਆਂ ਦੇ ਰਿਸ਼ਤੇ ਦੇ ਦਿੰਦੇ ਸੀ। ਔਰ ਇਹ ਜਿਹੜੇ ਤੁਰਕ ਸੀ ਇਹ ਬੜੇ ਖੁਸ਼ ਹੁੰਦੇ ਰਾਜਪੂਤਾਂ ਦੀਆਂ ਧੀਆਂ ਨੂੰ ਆਪਣੀਆਂ ਬੇਗਮਾਂ ਬਣਾ ਕੇ। ਔਰ ਅਕਬਰ ਨੇ ਉਹ ਜੈਮਲ ਫੱਤੇ ਨੂੰ ਵੀ ਆਪਣੀਆਂ ਲੜਕੀਆਂ ਦਾ ਰਿਸ਼ਤਾ ਦੇਣ ਵਾਸਤੇ ਆਖਿਆ ਸੀ, ਪਰ ਉਹ ਹੈ ਬੜਾ ਅਣਖੀ ਬੰਦਾ ਸੀ। ਚਿਤੌੜਗੜ੍ਹ ਦੇ ਕਿਲੇ ਦੇ ਵਿੱਚ 12 ਸਾਲ ਆਕੀ ਹੋ ਕੇ ਰਿਹਾ, ਆਪਣੀ ਧੀ ਦਾ ਰਿਸ਼ਤਾ ਨਹੀਂ ਸੀ ਦਿੱਤਾ। ਚਾਹੇ ਚਿਤੌੜਗੜ੍ਹ ਦਾ ਕਿਲਾ ਫਤਿਹ ਵੀ ਹੋ ਗਿਆ, ਉਹ ਕਟਾਰੀਆਂ ਮਾਰ ਮਾਰ ਕੇ ਸਾਰੀਆਂ ਉਹਦੀਆਂ ਧੀਆਂ, ਉਹਦੀਆਂ ਰਾਜਕੁਮਾਰੀਆਂ ਮਰ ਗਈਆਂ, ਬਹੁਤ ਉਹਨਾਂ ਨੂੰ ਨੁਕਸਾਨ ਝੱਲਣਾ ਪਿਆ, ਪਰ ਉਹਨੇ ਧੀ ਦਾ ਡੋਲਾ ਨਹੀਂ ਸੀ ਦਿੱਤਾ ਅਕਬਰ ਨੂੰ। ਪਰ ਬਹੁਤੇ ਜਿਹੜੇ ਸੀ ਉਹ ਧੀਆਂ ਦੇ ਡੋਲੇ ਦੇ ਦਿੰਦੇ ਸੀ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਭਾਈ, ਜਿਹੜੀਆਂ ਆਪਣੀਆਂ ਧੀਆਂ ਤੁਸੀਂ ਤੁਰਕਾਂ ਦੇ ਵਿਆਹ ਦਿੰਦੇ ਹੋ, ਇਹ ਤਾਂ ਗਊ ਹੱਤਿਆ ਦੇ ਨਾਲੋਂ, ਗਊ ਕਸਾਈ ਨੂੰ ਸੌਂਪਣ ਨਾਲੋਂ ਵੀ ਵੱਡਾ ਪਾਪ ਕਰਦੇ ਹੋ। ਕਛਵਾਏ ਹਾਂਡੇ ਰਾਖੌਰ। ਤੁਸੀਂ ਆਪਣੇ ਆਪ ਨੂੰ ਵੱਡੇ ਵੱਡੇ ਨਾਵਾਂ ਵਾਲੇ, ਵੱਡੇ ਵੱਡੇ ਮਰਾਤਮਿਆਂ ਗੋਤਾਂ ਵਾਲੇ ਕਛਵਾਹੇ, ਹਾਂਡੇ, ਰਾਠੌਰ, ਰਾਜਪੂਤ ਕਹਾਉਂਦੇ ਹੋ। ਇਤਿਆਦਿਕ ਤੁਮ ਨਾਮ ਕਹਾਵੋ। ਇਤਿਆਦਿਕ ਤੁਸੀਂ ਆਪਣੇ ਨਾਵਾਂ ਦੇ ਨਾਲ ਵੱਡੇ ਵੱਡੇ ਲਕਬ ਲਾਉਂਦੇ ਹੋ, ਗੋਤ ਲਾਉਂਦੇ ਹੋ। ਆਪਣੀ ਐਂਠ ਸੁਜਸ ਵਧਾਵੋ। ਔਰ ਆਪਣੀ ਐਂਠ, ਆਪਣੀ ਧਾਕ ਦੇ ਨਾਲ ਆਪਣਾ ਤੁਸੀਂ ਜਸ ਵੀ ਲੋਕਾਂ ਵਿੱਚ ਬਹੁਤ ਵਧਾਉਂਦੇ ਹੋ। ਇਹ ਤੁਮ ਮਿਖੈ ਰੀਤ ਬਹੁ ਖੋਟੀ। ਪਰ ਭਾਈ ਆ ਜਿਹੜੀ ਤੁਰਕਾਂ ਨੂੰ ਧੀਆਂ ਦੇਣ ਵਾਲੀ ਰੀਤੀ ਹੈ ਨਾ ਤੁਹਾਡੇ ਵਿੱਚ, ਇਹ ਤਾਂ ਬਹੁਤ ਕੁਰੀਤੀ ਹੈ, ਬਹੁਤ ਖੋਟੀ ਤੁਹਾਡੇ ਵਿੱਚ ਇਹ ਮਰਿਆਦਾ ਹੈ। ਕਰ ਤਰਵੇ ਕਿਨ ਪ੍ਰਥਮ ਨਾ ਹੋਠੀ। ਸੋ ਇਹ ਤੁਸੀਂ ਕਹਿੰਦੇ ਕਰਦੇ ਰਹੇ ਹੋ ਹੁਣ ਤੱਕ, ਨਾ ਹੀ ਤੁਹਾਨੂੰ ਪਹਿਲਾਂ ਕਿਸੇ ਨੇ ਕਦੇ ਰੋਕਿਆ ਹੈ। ਆਗੇ ਪਹੁੰਚਈਐ ਤੁਮ ਕੈਸੀ। ਅੱਗੇ ਵਾਸਤੇ ਭਾਈ ਇਹ ਗੱਲ ਸਮਝ ਲਓ, ਤੁਹਾਨੂੰ ਐਸਾ ਨਹੀਂ ਕਰਨਾ ਚਾਹੀਦਾ। ਤਨ ਜਾ ਤੁਰਕਨਾ ਦੀਜੈ ਕੈਸੀ। ਕਿਸੇ ਵੀ ਪ੍ਰਕਾਰ ਤੁਸੀਂ ਆਪਣੀ ਲੜਕੀ ਇਹਨਾਂ ਮੁਗਲਾਂ ਤੁਰਕਾਂ ਨੂੰ ਨਾ ਦਿਓ। ਸੁਨਤ ਨਰਿੰਦਰ ਹਿਰਦੈ ਵਿਚਾਰੀ। ਇਹ ਗੱਲ ਸੁਣ ਕੇ, ਸਤਿਗੁਰੂ ਜੀ ਦੇ ਬਾਕ ਸੁਣ ਕੇ, ਇਹਨਾਂ ਦੋਹਾਂ ਜਿਹੜੇ ਰਾਜੇ ਸੀਗੇ, ਰਾਜਾ ਜੈ ਸਿੰਘ ਸਵਾਈ
ਅਤੇ ਰਾਜਾ ਅਜੀਤ ਸਿੰਘ ਦੋਵਾਂ ਨੇ ਗੱਲ ਵਿਚਾਰੀ ਮਨ ਦੇ ਵਿੱਚ ਵੀ ਸਤਿਗੁਰੂ ਦਾ ਬਚਨ ਤਾਂ ਠੀਕ ਹੈ। ਗੁਰ ਉਪਦੇਸ਼ਾਂ ਨੂੰ ਜਸ ਕਾਰੀ। ਸਤਿਗੁਰੂ ਜੀ ਦਾ ਜਿਹੜਾ ਉਪਦੇਸ਼ ਹੈ ਇਹ ਸਾਡਾ ਜਸ ਵਧਾਉਣ ਵਾਲਾ ਹੀ ਹੈ। ਦੇਸ਼ ਵਿਦੇਸ਼ਨ ਮੈਂ ਅਪਕੀਰਤ। ਨਹੀਂ ਤਾਂ ਜਿਹੜੀ ਕੁਰੀਤੀ ਅਸੀਂ ਕਰਦੇ ਆ ਇਹਦੇ ਨਾਲ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸਾਡੀ ਨਿੰਦਿਆ ਹੁੰਦੀ ਹੈ। ਸਭ ਰਾਜਪੂਤਨ ਕੀ ਬਿਸ ਤੀਰਤ। ਸਗੋਂ ਜਿਹੜੇ ਸਾਡੇ ਵਿੱਚੋਂ ਕੁਝ ਕਾ ਕੰਮ ਕਰਦੇ ਆ ਉਹਨਾਂ ਦਾ ਕਰਕੇ ਸਾਰੇ ਰਾਜਪੂਤਾਂ ਦੀ ਜਿਹੜੀ ਇਹ ਨਿੰਦਿਆ ਦੇਸ਼ ਵਿਦੇਸ਼ ਵਿੱਚ ਫੈਲਦੀ ਹੈ। ਇਤਿਆਦਿਕ ਬਹੁਤ ਹੁਣ ਵਿਚਾਰੀ। ਇਤਿਆਦਿਕ ਦੋਹਾਂ ਨੇ ਆਪਸ ਵਿੱਚ ਵਿਚਾਰਾਂ ਕੀਤੀਆਂ। ਗੁਰ ਹਜੂਰ ਤਬ ਸਬਤ ਚਾਰੀ। ਉਸ ਵੇਲੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠਿਆਂ ਨੇ ਸਹੁੰ ਖਾ ਲਈ, ਪ੍ਰਣ ਕਰ ਲਿਆ। ਜੋ ਰਜਪੂਤ ਬੀਜ ਸ਼ੁਭ ਹੋਈ। ਮਹਾਰਾਜ ਸੱਚੇ ਪਾਤਸ਼ਾਹ ਜਿਹੜਾ ਅਸਲ ਰਾਜਪੂਤਾਂ ਦਾ ਪੁੱਤਰ ਹੋਵੇਗਾ ਤਨ ਜਾਤ ਰੁਕਣਾ ਦੈ ਕੋਈ। ਉਹ ਇਹਨਾਂ ਤੁਰਕਾਂ ਨੂੰ ਕਦੇ ਆਪਣੀ ਧੀ ਨਹੀਂ ਦੇਵੇਗਾ। ਸ੍ਰੀ ਗੁਰ ਤੁਮਰ ਪਇਓ ਪਿਤਾਮਾ। हे ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦੇ ਜਿਹੜੇ ਪਿਤਾਮਾ ਹੋਏ ਹਨ, ਆਪ ਜੀ ਦੇ ਦਾਦਾ ਹੋਏ ਹਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ। ਸੁਜਸ ਆਜ ਲਗਤ ਨ ਅਬਿਰਾਮਾ। ਉਹਨਾਂ ਦਾ ਜਸ ਅੱਜ ਤੱਕ ਵੀ ਸਾਡੇ ਵਿੱਚ ਬਹੁਤ ਸੁੰਦਰ ਜਸ ਉਹਨਾਂ ਦਾ ਕੀਤਾ ਜਾਂਦਾ ਹੈ ਸਾਡੇ ਲੋਕਾਂ ਵਿੱਚ। ਰਾਜੇ ਬਾਮਨ ਕੋ ਮਚਵਾਈ। ਕਿਉਂਕਿ ਉਹਨਾਂ ਨੇ ਸਾਡੇ ਪੁਰਖੇ ਸਾਡੇ ਜਿਹੜੇ 52 ਰਾਜੇ ਸੀ ਉਹ ਗਵਾਲੀਅਰ ਦੀ ਕੈਦ ਵਿੱਚੋਂ ਰਿਹਾ ਕਰਵਾਏ ਸਨ। ਵਹਿਰ ਗਵਾਲੀਅਰ ਕੀ ਅਬਿਆਈ। ਜਦੋਂ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਬਾਹਰ ਆਏ ਸੀ ਸਤਿਗੁਰੂ ਤੇ ਨਾਲ 52 ਰਾਜਿਆਂ ਨੂੰ ਲੈ ਕੇ ਆਏ ਸਨ। ਤੁਮ ਵੀ ਰਹੋ ਤਿਨੋਂ ਕੇ ਪੋਤੀ। ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਵੀ ਉਹਨਾਂ ਦੇ ਪੋਤੇ ਸਾਡੇ ਵਾਸਤੇ ਸਤਿਕਾਰਯੋਗ ਹੋ। ਰਣ ਮੈਂ ਮਹਾਂਵੀਰ ਰਸ ਪੋਤੇ। ਔਰ ਮੈਦਾਨੇ ਜੰਗ ਦੇ ਵਿੱਚ ਤੁਸੀਂ ਵੀਰਤਾ ਦੇ ਜਹਾਜ਼ ਹੋ। ਸੁਨੇ ਜੰਗ ਰਾਵਰ ਕੇ ਭਾਰੀ। ਆਪ ਜੀ ਦੀਆਂ ਜੰਗਾਂ ਯੁੱਧਾਂ ਬਾਰੇ ਵੀ ਅਸੀਂ ਨੇ ਬਹੁਤ ਭਾਰਾ ਸੁਣਿਆ ਹੈ। ਹਰਿਓ ਸ਼ੋਕ ਤੁਰਕਾਨੇ ਸਾਰੀ। ਆਪ ਜੀ ਜਿੱਥੇ ਜੰਗ ਕਰਦੇ ਸੀ ਉੱਥੇ ਤੁਰਕਾਂ ਦੇ ਘਰਾਂ ਵਿੱਚ ਸੋਗ ਪਾ ਦਿੰਦੇ ਸੀ। ਸ੍ਰੀ ਗੁਰ ਕਿਰਪਾ ਦ੍ਰਿਸ਼ਟ ਤਬ ਕੀਨਾ। ਉਸ ਵੇਲੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਰਾਜਿਆਂ ਉੱਤੇ ਕਿਰਪਾ ਦੀ ਨਜ਼ਰ ਪਾਈ। ਸਿਵਰ ਖੜਗ ਮੰਗਵਾਨ ਕੀਨਾ। ਔਰ ਇੱਕ ਢਾਲ ਤੇ ਇੱਕ ਬਹੁਤ ਸੁੰਦਰ ਤੇਗਾ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਮੰਗਵਾਇਆ। ਬਖਸ਼ੀ ਜੈ ਸਿੰਘ ਕੋ ਹਰ ਖਾਈ। ਬਹੁਤ ਖੁਸ਼ ਹੋ ਕੇ ਸਤਿਗੁਰ ਸੱਚੇ ਪਾਤਸ਼ਾਹ ਨੇ ਇਹ ਢਾਲ ਅਤੇ ਤੇਗਾ ਰਾਜੇ ਜੈ ਸਿੰਘ ਨੂੰ ਬਖਸ਼ ਦਿੱਤੇ। ਕਰ ਮੈਂ ਭਗਤ ਸੀਸ ਨਵਾਈ। ਹੱਥਾਂ ਵਿੱਚ ਲੈ ਕੇ ਸਤਿਗੁਰੂ ਜੀ ਤੋਂ ਇਹ ਬਖਸ਼ਿਸ਼ ਤੇ ਸਤਿਗੁਰੂ ਦੇ ਚਰਨਾਂ ਵਿੱਚ ਸੀਸ ਨਵਾਇਆ ਰਾਜੇ ਜੈ ਸਿੰਘ ਨੇ। ਤਰਕਸ ਧਨਬ ਦੇਖ ਕਰ ਪੀਨਾ। ਔਰ ਇੱਕ ਬਹੁਤ ਸੁੰਦਰ ਤਰਕਸ਼ ਭੱਥਾ ਤੀਰਾਂ ਦਾ ਭਰਿਆ ਹੋਇਆ ਤੇ ਇੱਕ ਧਨੁੱਖ ਸਤਿਗੁਰੂ ਜੀ ਨੇ ਦੇਖ ਕੇ ਦ੍ਰਿਪਤ ਅਜੀਤ ਸਿੰਘ ਕੋ ਦੀਨਾ। ਰਾਜੇ ਅਜੀਤ ਸਿੰਘ ਨੂੰ ਇਹ ਬਖਸ਼ ਦਿੱਤਾ। ਗੁਰ ਤੇਲੇ ਬਖਸ਼ ਧਰ ਖਾਈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਤੋਂ ਇਹ ਬਖਸ਼ਿਸ਼ਾਂ ਲੈ ਕੇ ਦੋਵੇਂ ਰਾਜੇ ਬੜੇ ਖੁਸ਼ ਹੋਏ। ਨਮੋ ਕਰੀ ਹੋਏ ਵਿਦਾ ਸਦਾਈ। ਨਮਸਕਾਰ ਕਰਕੇ ਸਤਿਗੁਰੂ ਜੀ ਤੋਂ ਵਿਦਾਇਗੀ ਲੈ ਕੇ ਚਲੇ ਗਏ। ਗਏ ਸਰਾਹਤ ਆਪਣੇ ਡੇਰੇ। ਸਤਿਗੁਰੂ ਜੀ ਦੀ ਉਸਤਤ ਕਰਦੇ ਸਰਾਹਨਾ ਕਰਦੇ ਆਪਣੇ ਡੇਰੇ ਪਹੁੰਚੇ। ਸ੍ਰੀ ਨਾਨਕ ਗਾਦੀ ਪਰ ਹੀਰੀ। ਔਰ ਸਤਿਗੁਰੂ ਨਾਨਕ ਦੇਵ ਮਹਾਰਾਜ ਦੀ ਗੱਦੀ ਦੇ ਵਾਰਸ ਦੇ ਅੱਜ ਦਰਸ਼ਨ ਕਰ ਆਏ। ਐਮ ਸ੍ਰੀ ਪ੍ਰਭ ਦਿਨ ਕਿਤਕ ਬਤਾਈ। ਇਉਂ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਹੋਰ ਕਿੰਨੇ ਦਿਨ ਬਤੀਤ ਕੀਤੇ। ਦਰਸੈ ਸੰਗਤ ਮੇਰੇ ਸਮੁਦਾਈ। ਬਹੁਤ ਸਾਰੀਆਂ ਸੰਗਤਾਂ ਇਕੱਤਰ ਹੋ ਕੇ ਸਤਿਗੁਰੂ ਸਾਹਿਬ ਜੀ ਦੇ ਦਰਸ਼ਨ ਕਰਦੀਆਂ ਹਨ। ਦਰਬਿਆਦ ਅਲਪ ਕੋਰ। ਬਹੁਤ ਸਾਰਾ ਦਰਬ ਬਹੁਤ ਸਾਰਾ ਧਨ ਅਤੇ ਹੋਰ ਭੇਟਾਵਾਂ ਸਤਿਗੁਰੂ ਜੀ ਨੂੰ ਅਰਪਦੇ ਹਨ। ਪੁਰੈ ਕਾਮਨਾ ਲੋਕੋ ਜਸ ਲੋਰ। ਜਿਸ ਪ੍ਰਕਾਰ ਦੀ ਭਾਵਨਾ ਸਤਿਗੁਰ ਸੱਚੇ ਪਾਤਸ਼ਾਹ ਤੋਂ ਲੋੜਦੇ ਆ ਅਰਦਾਸਾਂ ਕਰਦੇ ਆ ਉਹੋ ਹੀ ਭਾਵਨਾ ਸਤਿਗੁਰੂ ਜੀ ਤੋਂ ਪੂਰੀਆਂ ਕਰਦੇ ਹਨ। ਦੋਹਰਾ ਨਾਮ ਜਵਾਹਰ ਸਿੰਘ ਜਿਸ। ਇੱਕ ਜਵਾਹਰ ਸਿੰਘ ਨਾਮ ਦਾ ਸਿੱਖ ਹੈ ਜੜੀਆ ਸਿੰਘ ਸੁਨਿਆਰ। ਜਿਹੜਾ ਕਿ ਜੜੀਆ ਸਿੱਖ ਹੈ, ਸੋਨਾ ਘੜਨ ਦਾ ਕੰਮ ਕਰਦਾ ਹੈ, ਸੁਨਿਆਰਾ ਸਿੱਖ ਹੈ। ਸੁਦਾ ਤਰਣ ਤਿਸ ਕੀ ਹੁਤੀ। ਉਸ ਦੀ ਇੱਕ ਬਹੁਤ ਨੌਜਵਾਨ ਲੜਕੀ ਹੈ ਸੁੰਦਰ ਬਹੁ ਸੁਕੁਮਾਰ। ਔਰ ਰਾਜਕੁਮਾਰੀਆਂ ਵਾਂਗੂ ਉਸ ਦਾ ਸਰੂਪ ਬੜਾ ਸੁੰਦਰ ਹੈ। ਜਾਓ ਭਾਈ ਸੋ ਦਰਸ਼ਨੇ ਚਲ ਕਰ ਆਈ। ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ ਚੱਲ ਕੇ ਆਈ ਹੈ। ਹੁਕਮ ਬਰਤਰ ਪਾਇਨ ਲਿਆਈ।
ਸੁਭਾਈ। ਬਹੁਤ ਪਤਲਾ ਵਸਤਰ ਜਿਹੜਾ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਭੇਟਾ ਕਰਨ ਵਾਸਤੇ ਲੈ ਕੇ ਆਈ। ਚਰਨ ਸਲੋਚਨ ਕੋ ਕਰਨਮਾ। ਸਤਿਗੁਰੂ ਜੀ ਦੇ ਚਰਨਾਂ ਕਮਲਾਂ ਤੇ ਨਮਸਕਾਰ ਕੀਤੀ। ਬੈਠੀ ਅਵਲੋਕਨ ਤੇ ਸਮਾ। ਬੈਠ ਗਈ ਦੀਵਾਨ ਦੇ ਵਿੱਚ ਸਤਿਗੁਰੂ ਦੇ ਦਰਸ਼ਨ ਕਰ ਰਹੀ ਹੈ ਉਸ ਵੇਲੇ। ਏਤਕ ਸਿੰਘ ਸਮੀਪ ਧਰੇ ਹੈ। ਕੁਝ ਕੁ ਸਿੰਘ ਸਤਿਗੁਰੂ ਸੱਚੇ ਪਾਤਸ਼ਾਹ ਦੇ ਕੋਲ ਖੜੇ ਹਨ। ਬਾਗ ਵਿਖੇ ਕਰ ਚਾਰ ਧਰੇ ਹੈ। ਬਾਗ ਦੇ ਵਿੱਚ ਸਤਿਗੁਰੂ ਜੀ ਇੱਕ ਸੁੰਦਰ ਰੁੱਖ ਦੇ ਹੇਠਾਂ ਸਥਿਤ ਹੋਏ ਬੈਠੇ ਹਨ। ਸ਼ਾਹ ਬਹਾਦਰ ਸਹਿਜ ਸੁਭਾਈ। ਇਧਰ ਸਹਿਜ ਸੁਭਾਏ ਅਚਨ ਚੇਤ ਹੀ ਬਹਾਦਰ ਸ਼ਾਹ ਵੀ ਚੱਲਦਾ ਚੱਲਦਾ ਆ ਪਹੁੰਚਿਆ। ਫਿਰਤ ਸਹਿਜ ਹੇਰਤ ਥਾਈ। ਸੈਰ ਕਰਨ ਵਾਸਤੇ ਬਾਗ ਬਗੀਚਿਆਂ ਦੇਖਣ ਵਾਸਤੇ ਇਧਰ ਉਧਰ ਤੁਰਿਆ ਫਿਰਦਾ ਆ ਗਿਆ। ਜਬ ਹੀ ਬਾਗ ਨਿਕਟ ਚਲੇ ਆਇਓ। ਜਦੋਂ ਇਸ ਬਾਗ ਦੇ ਨੇੜੇ ਆਇਆ ਜਿੱਥੇ ਸਤਿਗੁਰੂ ਜੀ ਨੇ ਟਿਕਾਣਾ ਕੀਤਾ ਹੈ, ਇਹਾਂ ਗੁਰੂ ਤਿਰੋਂ ਸੁਧ ਪਾਇਓ। ਇਹਨੂੰ ਪਤਾ ਲੱਗਿਆ, ਇਹਨੂੰ ਖਬਰ ਮਿਲੀ ਕਿ ਸਤਿਗੁਰੂ ਜੀ ਇੱਥੇ ਹੀ ਵਿਰਾਜਮਾਨ ਹਨ। ਦਰਸ਼ਨ ਕਰਨ ਮਨੋਰਥ ਧਾਰਾ। ਉਸ ਵੇਲੇ ਮਨ ਦੇ ਵਿੱਚ ਇਹ ਮਨੋਰਥ ਧਾਰ ਲਿਆ, ਮਨ ਦੇ ਵਿੱਚ ਇੱਛਾ ਧਾਰੀ ਕਿ ਸਤਿਗੁਰੂ ਦੇ ਦਰਸ਼ਨ ਕਰ ਲਵਾਂ। ਉਤਰ ਪ੍ਰਵੇਸ਼ਿਓ ਬਾਗ ਮਜਾਰਾ। ਉਸੇ ਵੇਲੇ ਘੋੜੇ ਤੋਂ ਉਤਰ ਕੇ ਬਾਗ ਅੰਦਰ ਦਾਖਲ ਹੋਇਆ। ਹਰਸ਼ ਵਿਚਾਰ ਗੁਰੂ ਕਰਵਾਈ। ਜਦੋਂ ਸਤਿਗੁਰੂ ਨੇ ਦੇਖਿਆ ਵੀ ਬਾਦਸ਼ਾਹ ਬਹਾਦਰ ਸ਼ਾਹ ਤੇ ਨਾਲ ਬਹੁਤ ਸਾਰੇ ਅਹਿਲਕਾਰ ਫੌਜਦਾਰ ਇਹਦੇ ਆ ਰਹੇ ਹੈ, ਸਿੰਘਾਂ ਤੋਂ ਸਤਿਗੁਰੂ ਜੀ ਨੇ ਹੋਰ ਵਿਛਾਈ ਕਰਵਾ ਦਿੱਤੀ ਉੱਥੇ। ਇਕੱਠੇ ਸਿੰਘ ਭਏ ਸਮੁਦਾਈ। ਸਾਰੇ ਸਿੰਘ ਵੀ ਇਕੱਠੇ ਹੋ ਕੇ ਸਤਿਗੁਰੂ ਜੀ ਦੇ ਕੋਲ ਆ ਗਏ ਵੀ ਬਹਾਦਰ ਸ਼ਾਹ ਬਾਦਸ਼ਾਹ ਮਿਲਣ ਆਇਆ ਹੈ। ਦਰਸ਼ਨ ਆਨ ਬੰਦਰਾਂ ਕੀਨਾ। ਬਹੁਤ ਜਲਦੀ ਆ ਕੇ ਬਹਾਦਰ ਸ਼ਾਹ ਨੇ ਸਤਿਗੁਰੂ ਜੀ ਨੂੰ ਨਮਸਕਾਰ ਕੀਤੀ। ਪ੍ਰਭੂ ਬਿਠਾਇਓ ਆਦਰ ਦੀਨਾ। ਸਤਿਗੁਰੂ ਜੀ ਨੇ ਆਦਰ ਸਤਿਕਾਰ ਕਰਕੇ ਇਸ ਨੂੰ ਬਿਠਾ ਲਿਆ। ਜਥਾ ਜੋਗ ਸਭ ਲੋਕ ਕਰੇ ਹੈ। ਹਾਂ, ਜਥਾ ਜੋਗ ਜਿੱਥੇ ਜਿੱਥੇ ਜਿਹਦੀ ਜਗ੍ਹਾ ਬਣਦੀ ਸੀ ਸਾਰੇ ਲੋਕ ਖੜੇ ਹੋ ਗਏ। ਗੁਰੂ ਸ਼ਾਹ ਕੋ ਬਿਗਨ ਕਰੇ ਹੈ। ਸਤਿਗੁਰ ਸੱਚੇ ਪਾਤਸ਼ਾਹ ਇਧਰ ਬਹਾਦਰ ਸ਼ਾਹ ਵੱਲ ਦੇਖਦੇ ਹਨ। ਸੇਖੀ ਤਮੰਜਾ ਟਿਕ ਫਿਰ ਰਹੀ। ਇਹ ਜਿਹੜੀ ਸਿੱਖ ਦੀ ਲੜਕੀ ਹੈ ਬੜੇ ਸੁੰਦਰ ਸਰੂਪ ਵਾਲੀ, ਉਹ ਵੀ ਨੇੜੇ ਹੀ ਬੈਠੀ ਹੈ ਸੰਗਤ ਵਿੱਚ। ਉੱਠ ਕਰੇ ਤੁਧ ਕਿਤ ਕੀ ਨਹੀਂ। ਉਹ ਉੱਠ ਕੇ ਇੱਧਰ ਉੱਧਰ ਕਿਤੇ ਗਈ ਨਹੀਂ। ਸ਼ਾਹ ਬਹਾਦਰ ਜਬੈ ਬਿਲੋਕੀ। ਬਹਾਦਰ ਸ਼ਾਹ ਨੇ ਜਦੋਂ ਉਹ ਸੁੰਦਰ ਸਰੂਪ ਵਾਲੀ ਲੜਕੀ ਨੂੰ ਦੇਖਿਆ, ਸੁੰਦਰ ਰੂਪ ਚਾਹੇ ਪਿਛਿਓਂ ਕੀ। ਸਾਧ ਸੰਗਤ ਜੀ ਸੁੰਦਰ ਰੂਪ ਦੇਖ ਕੇ ਵਿਸ਼ਿਆਂ ਦੀ ਚਾਹਨਾ ਪੈਦਾ ਹੋਣੀ, ਇਹ ਸਾਧ ਸੰਗਤ ਇਹਨਾਂ ਤੁਰਕਾਂ ਮੁਗਲਾਂ ਦੇ ਇਹ ਆਮ ਹੀ ਗੱਲ ਸੀ, ਕਿਉਂਕਿ ਗਿੱਜੇ ਹੋਏ ਸੀ ਨਾ ਇਹ ਰਾਜਪੂਤਾਂ ਦੀਆਂ ਲੜਕੀਆਂ ਸੁੰਦਰ ਦੇਖਦੇ ਤੇ ਉਹਨਾਂ ਨੂੰ ਕੁਝ ਨਾ ਕੁਝ ਰਾਜ ਭਾਗ ਬਖਸ਼ ਕੇ, ਕੋਈ ਅਹੁਦਾ ਮਰਾਤਬਾ ਬਖਸ਼ ਕੇ ਉਹਨਾਂ ਦੀਆਂ ਲੜਕੀਆਂ ਨੂੰ ਆਪਣੀਆਂ ਬੇਗਮਾਂ ਬਣਾ ਲੈਂਦੇ ਸੀ। ਸੋ ਇਹਦੇ ਮਨ ਦੇ ਵਿੱਚ ਜਦੋਂ ਇਹ ਵਿਸ਼ੇ ਵਾਸ਼ਨਾ ਪੈਦਾ ਹੋਈ, ਭਇਓ ਲੁਭਾਏ ਮਾਨ ਤਦ ਕਾਲਾ। ਇਹਦਾ ਮਨ ਉਹ ਸਿੱਖ ਦੀ ਲੜਕੀ ਨੂੰ ਦੇਖ ਕੇ ਲੁਭਾਏਮਾਨ ਹੋ ਗਿਆ। ਦੇਵਟ ਕੋਰ ਚੰਦ ਕੀ ਢਾਲਾ। ਜਿਵੇਂ ਚਕੋਰ ਚੰਦ ਵੱਲ ਦੇਖਦੀ ਹੈ ਐਉਂ ਟਿਕਟਿਕੀ ਲਾ ਕੇ ਦੇਖਣ ਲੱਗ ਪਿਆ। ਗੁਰ ਤੇ ਸ਼ੰਕਰਯੋ ਕੋ ਤੇਰਾ। ਪਰ ਫਿਰ ਵੀ ਸਤਿਗੁਰ ਸੱਚੇ ਪਾਤਸ਼ਾਹ ਜੀ ਤੋਂ ਸੰਗਦਾ ਹੈ, ਡਰਦਾ ਹੈ, ਸੰਕੋਚ ਕਰਦਾ ਹੈ ਸਤਿਗੁਰੂ ਨੂੰ ਬੈਠਿਆਂ ਦੇਖ ਕੇ। ਭਇਓ ਬੇਬਸ ਮਨ ਫਿਰਿਓ ਨਾ ਫੇਰਾ। ਪਰ ਇਹਦਾ ਮਨ ਜਿਹੜਾ ਉਹ ਨਹੀਂ ਟਿਕਦਾ, ਮਨ ਬੜਾ ਬੇਵਸ ਹੋ ਗਿਆ, ਬਾਰ-ਬਾਰ ਦੇਖਦਾ ਉਧਰ ਨੂੰ। ਲਾਲਚ ਲਗਿਓ ਬਿਕਨ ਕੇ ਕਾਰਨ। ਸੋ ਇਸ ਪ੍ਰਕਾਰ ਕਿ ਬਹੁਤਾ ਚਿਰ ਇੱਥੇ ਬੈਠਾ ਦੇਖਦਾ ਰਹਾ, ਗੱਲਾਂ ਬਾਤਾਂ ਦੇ ਲਾਲਚ ਦੇ ਵਿੱਚ ਲੱਗ ਗਿਆ ਜਾਣ ਬੁੱਝ ਕੇ। ਬਾਦ ਬੋ ਭਾਂਦੋ ਚਾਰਨ। ਬਹੁਤ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਸਤਿਗੁਰੂ ਨਾਲ ਕਰਨ ਲੱਗ ਪਿਆ। ਭੋਜਨ ਲਗਿਓ ਹਮਾਰੇ ਮਤ ਮੈਂ। ਕਹਿਣ ਲੱਗਾ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਇਸਲਾਮ ਧਰਮ ਦੇ ਵਿੱਚ ਕਲਮਾ ਪੜਤ ਜੋ ਕਰ ਹਿਤ ਚਿਤ ਮੈਂ। ਇਹ ਕਹਿੰਦੇ ਐ ਵੀ ਜਿਹੜਾ ਵੀ ਬੰਦਾ ਕਲਮਾ ਪੜ੍ਹਦਾ ਹੈ ਮਨ ਦੇ ਵਿੱਚ ਸ਼ਰਧਾ ਭਾਵਨਾ ਧਾਰ ਕੇ, ਸੋ ਦੋਜਕ ਮੈਂ ਪਰਤ ਨਾ ਕੋਈ। ਕਹਿੰਦੇ ਜੀ ਉਹ ਦੋਜਕਾਂ ਦੇ ਵਿੱਚ ਨਹੀਂ ਪੈਂਦਾ, ਉਹ ਨਰਕਾਂ ਵਿੱਚ ਨਹੀਂ ਜਾਂਦਾ। ਉਹ ਦੋਜਕ ਕਹਿ ਦਿੰਦੇ ਆ, ਆਪਾਂ ਨਰਕ ਕਹਿ ਦਿੰਦੇ ਆ। ਉਹ ਭਿਸਤ ਕਹਿ ਦਿੰਦੇ ਆ, ਆਪਾਂ ਸਵਰਗ ਕਹਿ ਦਿੰਦੇ ਆ। ਸ਼ਬਦਾਂ ਦੇ ਹੇਰ ਫੇਰ ਹੈ, ਗੱਲ ਇੱਕੋ ਹੀ ਹੈ। ਕਹਿੰਦਾ ਮਹਾਰਾਜ ਜਿਹੜਾ ਕਲਮਾ ਪੜ੍ਹਨ ਵਾਲਾ ਉਹ ਕਹਿੰਦਾ ਕਦੇ ਦੋਜਕਾਂ ਦੀ ਅੱਗ ਵਿੱਚ ਨਹੀਂ ਸੁੱਟਿਆ ਜਾਂਦਾ। ਜਾਤ ਬਿਰਤ ਸੁਖ ਭੋਗ ਸੋਈ। ਸਿੱਧਾ ਹੀ ਬਹਿਸ਼ਤਾਂ ਦੇ ਵਿੱਚ ਜਾਂਦਾ, ਸਵਰਗਾਂ ਵਿੱਚ ਜਾਂਦਾ, ਸੁਖ ਭੋਗਦਾ ਹੈ। ਸੁਣ ਗੁਰ ਕਹਿਓ ਨਾ ਹਿਮ ਬਨ ਆਵੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਇਹ ਗੱਲ ਨਹੀਂ ਹੁੰਦੀ, ਇਸ ਤਰ੍ਹਾਂ ਨਹੀਂ ਹੁੰਦਾ ਕੋਈ ਨਿਯਮ। ਜਥਾ ਕਰਮ ਕਰ ਤਥਾ ਸੋ ਪਾਵੇਂ। ਕਹਿੰਦੇ ਮਨੁੱਖ ਦੇ ਤਾਂ ਚੰਗੇ ਮਾੜੇ ਕਰਮ ਨਾਲ ਜਾਂਦੇ ਆ,
ਜੇ ਕਲਮਾ ਪੜਨ ਵਾਲਾ ਮੂੰਹ ਤੋਂ ਕਲਮਾ ਪੜਦਾ ਹੈ, ਨੀਅਤ ਖੋਟੀ ਹੈ, ਮਾੜੇ ਕਰਮ ਕਰਦਾ, ਤਾਂ ਫਿਰ ਉਹ ਮੁਕਤ ਕਿਵੇਂ ਹੋਵੇਗਾ? ਇੱਥੇ ਤਾਂ ਕਰਮਾਂ ਉੱਪਰ ਨਿਬੜ ਹੈ। ਜੋ ਕਰਮ ਕਮਾਉਂਦਾ ਨਾ ਮਨੁੱਖ, ਉਸ ਤਰ੍ਹਾਂ ਹੀ ਜਿਹਾ ਬੀਜੈ ਸੋ ਲੁਣੈ, ਕਰਮਾ ਸੰਦੜਾ ਖੇਤ। ਕਰਮਾਂ ਦਾ ਫਲ ਪ੍ਰਾਪਤ ਹੁੰਦਾ ਹੈ। ਕਲਮਾ ਪੜੈ ਕਮਾਵੇ ਖੋਟ। ਜੇ ਕੋਈ ਕਲਮਾ ਵੀ ਪੜਦਾ ਮੂੰਹ ਤੋਂ ਤੇ ਮਨ ਦੇ ਵਿੱਚ ਖੋਟ ਆ, ਉਹਦੇ ਖਟਿਆਈ ਹੈ, ਤਿਸ ਕੋ ਸੰਕਟ ਨਰਕ ਨਾ ਛੋਟ। ਉਹਨੂੰ ਤਾਂ ਨਰਕਾਂ ਤੋਂ ਛੋਟ ਨਹੀਂ ਮਿਲ ਸਕਦੀ ਨਾ, ਉਹ ਤਾਂ ਫਿਰ ਨਰਕਾਂ ਵਿੱਚ ਹੀ ਜਾਵੇਗਾ। ਭੋਗੈ ਕਸ਼ਟ ਅਨੇਕ ਪ੍ਰਕਾਰ। ਅਨੇਕਾਂ ਪ੍ਰਕਾਰ ਦੇ ਉਹਨੂੰ ਕਸ਼ਟ ਵੀ ਭੋਗਣੇ ਪੈਣਗੇ। ਮੈਂ ਕਲਮਾ ਤੇ ਲੈ ਤੋ ਬਾਰੀ। ਫਿਰ ਕਹਿੰਦੇ ਭਾਈ ਕਲਮਾ ਪੜਿਆ ਹੋਇਆ ਉਹਨੂੰ ਕਿਵੇਂ ਬਚਾਏਗਾ ਜਿਹਦੇ ਕਰਮ ਵੀ ਖੋਟੇ ਆ, ਮਨ ਵਿੱਚ ਹੀ ਖੋਟ ਹੈ। ਮੈਂ ਬਹਾਦਰ ਸ਼ਾਹ ਹਮਾਰੀ। ਬਹਾਦਰ ਸ਼ਾਹ ਕਹਿੰਦਾ ਜੀ ਸਾਡੇ ਧਰਮ ਦੇ ਵਿੱਚ ਤਾਂ ਇਸ ਤਰ੍ਹਾਂ ਕਹਿੰਦੇ ਆ ਕਲਮਾ ਕਰੈ ਉਦਾਰ ਉਚਾਰੀ। ਕਿ ਜਿਹੜਾ ਵੀ ਕਲਮਾ ਪੜਦਾ ਹੈ ਉਹਦਾ ਉਧਾਰ ਹੋ ਜਾਂਦਾ, ਉਹ ਤਰ ਜਾਂਦਾ ਹੈ। ਝੂਠ ਕਇਓ ਕੈ ਸਾਚ ਬਖਾਨਾ। ਇਹ ਤਾਂ ਮੈਨੂੰ ਪਤਾ ਨਹੀਂ ਜੀ ਝੂਠ ਆਖਦੇ ਆ ਜਾਂ ਸੱਚ ਕਹਿੰਦੇ ਹਨ। ਕਿ ਮਹਾਮਾ ਪਤਾ ਲੈ ਮਨ ਜਾਨਾ। ਇਹ ਗੱਲ ਦਾ ਪਤਾ ਕਿਵੇਂ ਲੱਗੇ ਮਹਾਰਾਜ? ਕਿਵੇਂ ਸਾਡਾ ਮਨ ਮੰਨੇ, ਮਨ ਮੇਰਾ ਨਿਰਣਾ ਕਿਵੇਂ ਕਰੇ? ਜਾਣੇ ਬਿਨਾ ਪ੍ਰਤੀਤ ਨ ਆਵੇ। ਕਿਉਂਕਿ ਜਾਣੇ ਤੋਂ ਬਿਨਾਂ ਤਾਂ ਇਸ ਦਾ ਜੇ ਪਤਾ ਨਹੀਂ ਲੱਗੇਗਾ ਤਾਂ ਵਿਸ਼ਵਾਸ ਵੀ ਨਹੀਂ ਆ ਸਕਦਾ। ਲਿਖੀ ਸਾਜੀ ਹੋਏ ਮਨ ਭਾਵੇਂ। ਅਸੀਂ ਤਾਂ ਇਹ ਮੰਨਦੇ ਆਂ ਵੀ ਜਿਵੇਂ ਕੁਰਾਨ ਨੇ ਸ਼ਰੀਫ ਦੇ ਵਿੱਚ ਲਿਖਿਆ ਉਹ ਸੱਚ ਹੀ ਹੈ, ਸਾਡੇ ਮਨ ਨੂੰ ਤਾਂ ਸੱਚਾ ਹੀ ਲੱਗਦਾ। ਕੋਸ਼ ਬਹੀ ਗੁਰ ਤਬੈ ਹਕਾਰਾ। ਉਸ ਵੇਲੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਆਪਣੇ ਕੋਸ਼ਪ ਜਿਹੜਾ ਖਜ਼ਾਨਚੀ ਸੀ ਉਸ ਨੂੰ ਆਵਾਜ਼ ਮਾਰੀ। ਨਿਕਟ ਨਿਹਾਰਿਓ ਤਾਈ ਉਚਾਰਾ। ਜਦੋਂ ਉਹ ਨੇੜੇ ਆਇਆ, ਨੇੜੇ ਦੇਖ ਕੇ ਉਹਨੂੰ ਕਹਿਣ ਲੱਗੇ ਖਜ਼ਾਨਚੀ ਨੂੰ, ਕੀ ਕਰ ਜਦ ਬਣ ਕੋਸ਼ ਧਰਿਓ ਹੈ। ਕਹਿੰਦੇ ਭਾਈ ਇੱਕ ਚਾਂਦੀ ਦਾ ਰੁਪਈਆ ਸਾਡੇ ਖਜ਼ਾਨੇ ਵਿੱਚ ਧਰਿਆ ਹੋਇਆ ਹੈ, ਜਿਸ ਪਰ ਕਲਮਾ ਸੰਨ ਭਰਿਓ ਹੈ। ਜਿਹਦੇ ਉੱਤੇ ਕਲਮਾ ਵੀ ਸਾਰਾ ਲਿਖਿਆ ਹੋਇਆ ਇਸਲਾਮ ਦਾ, ਤੇ ਹਿਜਰੀ ਸੰਮਤ ਵੀ ਉਸਦੇ ਸੰਨ ਵੀ ਉਹਦੇ ਉੱਤੇ ਉਕਰਿਆ ਹੋਇਆ ਵੀ ਕਿਹੜੇ ਸਾਲ ਦਾ ਬਣਿਆ ਹੈ। ਇਸ ਕੋਲੇ ਕਰ ਹੱਥ ਸਦਾਵੋ। ਕਹਿੰਦੇ ਉਹ ਖਜ਼ਾਨੇ ਵਿੱਚੋਂ ਲੈ ਕੇ ਆਪਣੇ ਹੱਥ ਵਿੱਚ ਤੇ ਬਾਜ਼ਾਰ ਵਿੱਚ ਚਲੇ ਜਾਓ। ਟਕੇ ਬਾਜ਼ਾਰ ਵਿਖੇ ਤੇ ਲਿਆਵੋ। ਬਾਜ਼ਾਰ ਵਿੱਚ ਜਾ ਕੇ ਦੁਕਾਨਦਾਰ ਨੂੰ ਕਹੋ ਵੀ ਮੈਨੂੰ ਇਹਦੇ ਖੁੱਲੇ ਪੈਸੇ ਦੇ ਦੇ, ਇਹਦੇ ਟਕੇ ਦੇ ਦੇ, ਆ ਚਾਂਦੀ ਦਾ ਰੁਪਈਆ ਰੱਖ ਲਾ ਤੇ ਭਾਨ ਮੈਨੂੰ ਦੇ ਦੇ ਇਹਦੇ ਬਦਲੇ। ਬੈਠਿਓ ਸ਼ਾਹ ਸਿਵਲ ਤੂੰ ਜਾਓ। ਬਾਦਸ਼ਾਹ ਬਹਾਦਰ ਸ਼ਾਹ ਸਾਡੇ ਕੋਲ ਹੀ ਬੈਠਾ ਹੈ, ਤੂੰ ਜਲਦੀ ਦੇ ਨਾਲ ਜਾ ਕੇ ਮੁੜਿਆ, ਹਮਾਰੇ ਨਿਕਟ ਅਬੈ ਲੈ ਆਓ। ਸਾਡੇ ਪਾਸ ਜਲਦੀ ਇਹ ਭਾਨ ਲੈ ਕੇ ਆ। ਬੁਲਾਏ ਤੇ ਕੋਸ਼ ਬਗਿਓ। ਸਤਿਗੁਰੂ ਜੀ ਦਾ ਹੁਕਮ ਮੰਨ ਕੇ ਉਹ ਖਜ਼ਾਨਚੀ ਚਲੇ ਗਿਆ। ਬੀਜਰ ਬਾਜ਼ਾਰ ਰਿਤ ਬਣ ਗਇਓ। ਜਾ ਕੇ ਬਾਜ਼ਾਰ ਵਿੱਚ ਦੁਕਾਨਦਾਰ ਨੂੰ ਉਹ ਚਾਂਦੀ ਦਾ ਜਿਹੜਾ ਰੁਪਈਆ ਸੀ ਦਿੱਤਾ। ਇਸ ਕੇ ਟਕੇ ਦਿਓ ਬਿਨ ਮੋਹੀ। ਕਹਿਣ ਲੱਗਾ ਵੀ ਇਹਦੇ ਜਿੰਨੇ ਟਕੇ ਬਣਦੇ ਆ, ਇਹਦੇ ਖੁੱਲੇ ਪੈਸੇ ਜਿੰਨੀ ਭਾਨ ਬਣਦੀ ਹੈ, ਗਿਣ ਕੇ ਮੈਨੂੰ ਦੇ ਦੇ। ਏਤ ਭਾਉ ਬਿਗਤ ਇਤ ਤੋ ਹੋਈ। ਕਹਿੰਦਾ ਜਿਹੜਾ ਦੁਬਾਰਾ ਪੜ੍ਹੋ ਜੀ ਪੰਕਤੀ। ਜੇ ਜੇਤਕ ਭਾਉ ਬਿਗਤ ਇਤ ਹੋਈ। ਹਾਂ, ਜਿਹੜੇ ਭਾਅ ਦੇ ਵਿੱਚ ਇਹ ਵਿਕਦਾ ਹੈ, ਜਿੰਨੇ ਭਾਅ ਦਾ ਜਿੰਨਾ ਮੁੱਲ ਹੈ ਇਹ ਰੁਪਈਏ ਦਾ, ਉਨੀ ਭਾਨ ਮੈਨੂੰ ਦੇ ਦੇ। ਇੱਕ ਸਰਾਪ ਨੇ ਦਿਓ ਬਗਾਈ। ਉਸ ਵੇਲੇ ਜਦੋਂ ਸਰਾਫ ਨੇ ਦੇਖਿਆ ਨਾ, ਦੁਕਾਨਦਾਰ ਨੇ, ਉਹਨੇ ਦੇਖਿਆ ਵੀ ਇਹ ਰੁਪਈਆ ਤਾਂ ਖੋਟਾ, ਉਹਨੇ ਵਗਾ ਕੇ ਮਾਰਿਆ। ਇਹ ਖੋਟੋ ਨੇ ਚਲੇ ਪਿਥਾਈ। ਨਾਲ ਹੀ ਕਹਿੰਦਾ ਇਹ ਖੋਟਾ, ਇਹ ਚੱਲਣਾ ਨਹੀਂ। ਚਾਰ ਪੰਜ ਹਟਨ ਪਰ ਫਿਰਿਓ। ਇਹੋ 4-5 ਦੁਕਾਨਾਂ ਦੇ ਉੱਤੇ ਹੋਰ ਸਿੱਖ ਉਹ ਰੁਪਈਆ ਲੈ ਕੇ ਗਿਆ। ਮੈਂ ਸਰਾਪ ਕਿਨ ਮੈਂ ਕਰ ਮੈਂ ਕੇ ਧਰਿਓ। ਪਰ ਕਿਸੇ ਸਰਾਫ ਨੇ ਉਹਨੂੰ ਭਾਨ ਤਾਂ ਕੀ ਦੇਣੀ ਸੀ, ਹੱਥ ਵਿੱਚ ਵੀ ਨਹੀਂ ਚੱਕਿਆ। ਉਹ ਰੁਪਈਆ ਉਹਦੇ ਕੋਲੋਂ ਫੜਿਆ ਹੀ ਨਹੀਂ। ਸਾਰੇ ਕਹਿੰਦੇ ਰਹੇ ਖੋਟਾ, ਤੇ ਨਾਲੇ ਸਿੱਖ ਨੂੰ ਝਿੜਕਦੇ ਆ ਵੀ ਤੂੰ ਸਾਡੇ ਨਾਲ ਠੱਗੀ ਮਾਰਨ ਵਾਸਤੇ ਆਇਆ, ਖੋਟਾ ਰੁਪਈਆ ਸਾਨੂੰ ਦਿੰਦਾ। ਇਉਂ ਸਿੱਖ 4-5 ਦੁਕਾਨਾਂ ਤੇ ਜਾ ਕੇ ਮੁੜ ਆਇਆ, ਕਿਸੇ ਨੇ ਹੱਥ ਵੀ ਨਾ ਲਾਇਆ ਖੋਟੇ ਸਿੱਕੇ ਨੂੰ। ਆਟ ਕਰ ਗੁਰ ਜਗਿਆਨ ਸੁਣਾਈ। ਵਾਪਸ ਆ ਗਿਆ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਸਾਰੀ ਗੱਲ ਦੱਸੀ। ਕਿਸੇ ਸਰਾਪ ਨਾ ਦੇ ਤਕਦਾਈ। ਮਹਾਰਾਜ ਸੱਚੇ ਪਾਤਸ਼ਾਹ ਕੋਈ ਦੁਕਾਨਦਾਰ ਇਹ ਸਿੱਕੇ ਨੂੰ ਨਹੀਂ ਲੈਂਦਾ। ਖੋਟੇ ਕੋ ਬਿਲੋਗਤ ਤਕਾਲਾ। ਇਹਨੂੰ ਖੋਟਾ ਦੇਖ ਕੇ ਉਸੇ ਵੇਲੇ ਹੀ ਇਸ ਕੋ ਤਰਤ ਹੱਥ ਤੇ ਡਾਲਾ। ਬੜੇ ਗੁੱਸੇ ਵਿੱਚ ਆ ਕੇ ਮੁੜ ਕੇ ਮੇਰੇ ਹੱਥ ਦੇ ਉੱਤੇ ਧਰ ਦਿੰਦੇ ਹਨ। ਲਗੇ ਦੇਨ ਤੋਂ ਤੂੰ ਰਹੀ।
ਇਹਦੇ ਬਦਲੇ ਭਾਨ ਦੇਣੀ ਟਕੇ ਦੇਣੇ ਤਾਂ ਕਿਧਰੇ ਰਹੇ। ਝਿੜਕ ਹਟਾਵਤ ਦੁਰਬਚ ਕਹੀ। ਸਗੋਂ ਮੈਨੂੰ ਝੜਕਾਂ ਮਾਰੀਆਂ ਉਹਨਾਂ ਨੇ, ਹਟਾਇਆ ਪਿੱਛੇ, ਕਹਿੰਦੇ ਭਾਜਾ ਇੱਥੋਂ। ਤੇ ਬੜੇ ਮਾੜੇ ਬਚਨ ਵੀ ਉਹਨਾਂ ਨੇ, ਫਿੱਕਾ ਵੀ ਬੋਲਿਆ। ਸੁਨ ਕੋਸ਼ ਬਤੇ ਲੈ ਕਰ ਆਤੀ। ਖਜ਼ਾਨਚੀ ਸਿੰਘ ਦੇ ਕੋਲੋਂ ਉਹ ਖੋਟਾ ਰੁਪਈਆ ਸਤਿਗੁਰੂ ਨੇ ਆਪਣੇ ਹੱਥ ਵਿੱਚ ਲੈ ਕੇ ਆਖਿਆ। ਬੋਲੇ ਗੁਰ ਸੁਨ ਦਿੱਲੀ ਨਾਥ। ਸਤਿਗੁਰੂ ਕਹਿੰਦੇ, ਹੇ ਬਹਾਦਰ ਸ਼ਾਹ ਰਾਜੇ, ਜਿਨ ਕੋ ਮਤ ਕਰਮੈ ਤੇ ਪਸਤਾ। ਕਹਿੰਦੇ ਉਹਨਾਂ ਕੋਲੇ ਲੈ ਕੇ ਗਿਆ ਸੀ ਇਹ, ਜਿਨ੍ਹਾਂ ਦਾ ਮਤ ਹੈ, ਜਿਨ੍ਹਾਂ ਦਾ ਧਰਮ ਹੈ ਵੀ ਕਲਮਾ ਪੜ੍ਹਨ ਦੇ ਨਾਲ ਬਹਿਸ਼ਤ ਨੂੰ, ਸਵਰਗ ਨੂੰ ਜਾਈਦਾ ਹੈ। ਤਿਨ ਕੋ ਰਾਜ ਨ ਕਉ ਸਕਸਤ। ਕਹਿੰਦੇ ਜਿਨ੍ਹਾਂ ਦਾ ਰਾਜ, ਤੇਰਾ ਰਾਜ ਹੈ, ਕਲਮੇ ਦੇ ਉੱਤੇ ਇੰਨਾ ਯਕੀਨ ਰੱਖਦਾ ਹੈ ਕਿ ਕਲਮਾ ਪੜ੍ਹਨ ਦੇ ਨਾਲ ਬਹਿਸ਼ਤਾਂ ਮਿਲਦੀਆਂ, ਸਵਰਗਾਂ ਵਿੱਚ ਜਾਈਦਾ ਹੈ। ਕਹਿੰਦੇ ਹੁਣ ਤੇਰਾ ਰਾਜ ਕੋਈ ਖਤਮ ਤਾਂ ਨਹੀਂ ਹੋ ਗਿਆ, ਤੇਰਾ ਰਾਜ ਤਾਂ ਹਲੇ ਵੀ ਚੱਲਦਾ ਹੈ। ਗੁਰ ਨਿਰਣੈ ਕਰ ਲਿਓ ਨਿਹਾਰ। ਕਹਿੰਦੇ ਹੁਣ ਇਸ ਗੱਲ ਦਾ ਤੂੰ ਨਿਰਣਾ ਕਰ ਲੈ, ਇਸ ਗੱਲ ਦੀ ਵਿਚਾਰ ਕਰਕੇ ਦੇਖ। ਤੋਏ ਨਿਕਟ ਹੈ ਤੋਏ ਬਾਜ਼ਾਰ। ਤੇਰੇ ਬਿਲਕੁਲ ਨੇੜੇ ਹੈ ਤੇ ਤੇਰੇ ਹੀ ਸ਼ਹਿਰ ਦਾ ਇਹ ਬਾਜ਼ਾਰ ਹੈ। ਉਪਰ ਕਰਨਾ ਕੇ ਨਾ ਵਿਚਾਰਿਓ। ਪਰ ਕਿਸੇ ਨੇ ਨਹੀਂ ਵਿਚਾਰਿਆ ਵੀ ਇਸ ਰੁਪਈਏ ਦੇ ਉੱਤੇ ਕਲਮਾ ਲਿਖਿਆ ਹੋਇਆ, ਇਸ ਦੀ ਕਿਸੇ ਨੇ ਵਿਚਾਰ ਨਹੀਂ ਕੀਤੀ। ਅੰਤਰ ਖੋਟੋ ਸਗਲ ਨਿਹਾਰਿਓ। ਸਗੋਂ ਸਾਰੇ ਦੁਕਾਨਦਾਰਾਂ ਨੇ ਇਹ ਦੇਖਿਆ ਕਿ ਇਹ ਸਿੱਕਾ ਜਿਹੜਾ ਅੰਦਰੋਂ ਖੋਟਾ ਹੈ। ਬਿਨੋਨਾ ਕੀਨਾ ਸੰਗੀਕਾਰ। ਇਸ ਕਰਕੇ ਕਿਸੇ ਨੇ ਅੰਗੀਕਾਰ ਨਹੀਂ ਕੀਤਾ, ਸਭ ਨੇ ਵਾਪਸ ਮੋੜ ਦਿੱਤਾ। ਖੋਟਾ ਦੇਖ ਤਦੀ ਕਰ ਡਾਰ। ਸਾਰਿਆਂ ਨੇ ਖੋਟਾ ਖੋਟਾ ਦੇਖ ਕੇ ਪਰੇ ਭਗਾ ਕੇ ਮਾਰਿਆ। ਜੈ ਦੁਰਗਣ ਕੋ ਰਾਜ ਤਪੰਤਾ। ਕਹਿੰਦੇ ਜਿੱਥੇ ਤੁਰਕ ਰਾਜ ਹੈ ਤੇ ਤੁਰਕ ਰਾਜ ਦਾ ਐਡਾ ਵੱਡਾ ਤੇਜ ਪ੍ਰਤਾਪ ਵਰਤ ਰਿਹਾ ਹੈ, ਤਾਨ ਕਲਮਾ ਰਛ ਕਰੰਤਾ। ਉੱਥੇ ਹੀ ਕਲਮਾ ਲਿਖਿਆ ਹੋਇਆ ਜਿਹੜਾ ਰੱਖਿਆ ਨਹੀਂ ਕਰ ਸਕਿਆ ਇਹ ਖੋਟੇ ਰੁਪਈਏ ਦੀ। ਜੇ ਤਾਂ ਅਵਰ ਨਿਆਵ ਨਾ ਕੇ ਕਰਤਾ। ਕਹਿੰਦੇ ਜਿੱਥੇ ਤੇਰਾ ਨਿਆਂ ਨਹੀਂ ਚੱਲਣਾ, ਪ੍ਰਮਾਤਮਾ ਦੀ ਦਰਗਾਹ ਦੇ ਵਿੱਚ ਨਿਆਂ ਕਰਨ ਵਾਲਾ ਵੀ ਹੋਰ ਧਰਮ ਰਾਜਾ ਹੋਣਾ ਹੈ। ਭਲੇ ਭਲੇ ਕੋ ਨਿਰਣੈ ਕਰਤਾ। ਔਰ ਚੰਗਿਆਈਆਂ ਬੁਰਿਆਈਆਂ ਵਾਚਾ ਧਰਮ ਹਦੂਰ। ਜਿੱਥੇ ਚੰਗੇ ਮਾੜੇ ਕਰਮਾਂ ਨੂੰ ਧਰਮ ਰਾਜਾ ਵਿਚਾਰਦਾ ਹੈ, ਚੰਗੇ ਮਾੜੇ ਕਰਮਾਂ ਦਾ ਹਿਸਾਬ ਕਰਦਾ ਹੈ, ਤੈ ਕਲਮਾ ਕਿਉ ਕਰੇ ਸਹਾਈ। ਉੱਥੇ ਫਿਰ ਕਹਿੰਦੇ ਇਹ ਖੋਟੇ ਬੰਦਿਆਂ ਦਾ ਜਿਹੜਾ ਕਲਮਾ ਕਿਵੇਂ ਸਹਾਇਕ ਹੋਵੇਗਾ। ਤੇ ਖੋਟੇ ਕੋ ਪਿਸਤ ਬਚਾਈ। ਕੀ ਤੇਰਾ ਕਲਮਾ ਪੜਿਆ ਹੋਇਆ ਮਨ ਵਿੱਚ ਜਿਹਦੇ ਖੋਟ ਹੈ, ਖੋਟੇ ਬੰਦੇ ਨੂੰ ਉਹ ਸਵਰਗਾਂ ਵਿੱਚ ਪਹੁੰਚਾ ਦੇਵੇਗਾ, ਬਹਿਸ਼ਤਾਂ ਵਿੱਚ ਪਹੁੰਚਾਵੇਗਾ। ਜੈ ਪਰਮੇਸ਼ਰ ਕੀ ਦਰਗਾਹ। ਜਿੱਥੇ ਪਰਮੇਸ਼ਰ ਦੀ ਦਰਗਾਹ ਹੈ, ਰੱਬ ਦੀ, ਜਦਾ ਜੋਗ ਪਿਖਿਅਤ ਕਹਿ ਤਾਹੀ। ਕਹਿੰਦੇ ਉੱਥੇ ਤਾਂ ਜਿਹੜਾ ਯੋਗ ਆ ਨਾ ਉਹੀ ਦੇਖਿਆ ਜਾਂਦਾ ਹੈ। ਉੱਥੇ ਚੰਗੇ ਮਾੜੇ ਦਾ ਨਿਰਣਾ ਹੁੰਦਾ ਹੈ। ਨਰ ਤਨ ਧਾਰ ਕਰਤੈ ਜਥਾ। ਇਸੇ ਪ੍ਰਕਾਰ ਕਹਿੰਦੇ ਮਨੁੱਖ ਜਿਹੜੇ ਤਨ ਧਾਰ ਕੇ ਮਨੁੱਖਾ ਜਨਮ ਪ੍ਰਾਪਤ ਕਰਕੇ ਇਸ ਪ੍ਰਕਾਰ ਦੇ ਕਰਮ ਕਰਦੇ ਹਨ, ਵਿਦਤ ਸ਼ੁਭਾਸ਼ੁਭ ਹੋਏ ਤੈ ਤਥਾ। ਉੱਥੇ ਜਾ ਕੇ ਤਾਂ ਉਹਨਾਂ ਦੇ ਸ਼ੁਭ ਅਤੇ ਅਸ਼ੁਭ ਕਰਮ ਜਿਹੜੇ ਉਹੀ ਪ੍ਰਗਟ ਹੁੰਦੇ ਹਨ। ਦੁਖ ਸੁਖ ਭੋਗੇ ਕਿਰਤ ਅਨੁਸਾਰੀ। ਔਰ ਹਰੇਕ ਮਨੁੱਖ ਆਪਣੀ ਕਿਰਤ, ਆਪਣੀ ਕਰਨੀ ਦੇ ਕਾਰਨ ਹੀ ਦੁੱਖ ਸੁੱਖ ਭੋਗਦਾ ਆਪਣੇ ਕਰਮਾਂ ਦਾ। ਜਿਸ ਨੇ ਚੰਗਾ ਕੀਤਾ ਹੋਵੇ ਉਹ ਚੰਗਾ ਫਲ ਭੁਗਤਦਾ, ਜਿਹਨੇ ਮਾੜਾ ਕੀਤਾ ਹੋਵੇ ਉਹਦਾ ਉਸ ਨੂੰ ਮਾੜਾ ਫਲ ਭੋਗਣਾ ਪੈਂਦਾ ਹੈ। ਪੂਰੇ ਵੇਖੋ ਕਰੇ ਧਾਰੀ। ਜਿਹੜੇ ਕੂੜੇ ਐ, ਝੂਠੇ ਐ, ਸੋ ਉਹਨਾਂ ਨੂੰ ਦੇਖ ਕੇ, ਜਿਵੇਂ ਆ ਖੋਟੇ ਸਿੱਕੇ ਨੂੰ ਦੇਖ ਕੇ ਪਰੇ ਕਰਤਾ ਨਾ ਸਾਰਿਆਂ ਨੇ, ਉੱਥੇ ਵੀ ਜਿਹੜੇ ਹੈਗੇ ਤਾਂ ਕੂੜੇ ਆ, ਅੰਦਰ ਖੋਟ ਹੈ, ਤੇ ਉੱਪਰੋਂ ਉੱਪਰੋਂ ਭੇਖ ਧਾਰੀ। ਭੇਖ ਦਿਖਾਏ ਜਗਤ ਕੋ ਲੋਗਨ ਕੋ ਬਸ ਕੀਨ। ਅੰਤ ਕਾਲ ਕਾਤੀ ਕਟਿਓ ਬਾਸ ਨਰਕ ਮੋਲੀਨ। ਕਹਿੰਦੇ ਫਿਰ ਉੱਥੇ ਕੂੜੇ ਲੋਕ ਜਿਹੜੇ ਭੇਖਾ ਧਾਰੀ ਆ ਉਹ ਚੱਲਦੇ ਨਹੀਂ। ਉੱਪਰੋਂ ਉੱਪਰੋਂ ਕਲਮੇ ਪੜਨ ਵਾਲਿਆਂ ਦੀ ਕਲਮਾ ਉੱਥੇ ਕੋਈ ਸਹਾਇਤਾ ਨਹੀਂ ਕਰਦਾ, ਬਲਕਿ ਜਿਸ ਪ੍ਰਕਾਰ ਦੇ ਕਰਮ ਮਨੁੱਖ ਕਰਦਾ ਉਹੀ ਭੋਗਦਾ ਹੈ। ਇੱਥੇ ਕਹਿੰਦੇ ਤੂੰ ਪ੍ਰਤੱਖ ਰੂਪ ਦੇ ਵਿੱਚ ਹੀ ਆ ਸਿੱਕੇ ਦੀ ਉਦਾਹਰਨ ਦੁਆਰਾ ਦੇਖ ਲਿਆ ਹੈ, ਚਾਂਦੀ ਦੇ ਰੁਪਈਏ ਦੀ ਉਦਾਹਰਨ ਨਾਲ। ਪਰਮਾਤਮਾ ਦੀ ਦਰਗਾਹ ਦੇ ਵਿੱਚ ਵੀ ਇਸੇ ਪ੍ਰਕਾਰ ਸੱਚਾ ਨਿਆਂ ਹੁੰਦਾ ਹੈ। ਜਿਨ੍ਹਾਂ ਦਾ ਅੰਦਰਲਾ ਮਨ ਸ਼ੁੱਧ ਹੈ ਭਾਈ, ਉਹਨਾਂ ਦਾ ਛੁਟਕਾਰਾ ਹੋਵੇਗਾ। ਜਿਨ੍ਹਾਂ ਦੇ ਅੰਦਰ ਖੋਟ ਹੈ, ਕੋਈ ਮਾੜੀ ਨੀਅਤ ਧਾਰ ਕੇ ਰੱਖਦੇ ਹੈ, ਉਹ ਬਹੁਤ ਦੁੱਖ ਪ੍ਰਾਪਤ ਕਰਦੇ ਹਨ।
ਬਾਹਰਲਾ ਭੇਖ ਤਾਂ ਉੱਥੇ ਕੋਈ ਵੀ ਨਹੀਂ ਮੰਨਦਾ। ਕਰਮ ਛੁਪਾ ਛੁਪਟੈ ਨਾ ਕਾਹੀ। ਤੇ ਕਰਮ ਜਿਹੜੇ ਸ਼ੁਭ ਜਾਂ ਅਸ਼ੁਭ ਕੀਤੇ ਹੋਏ ਆ ਉਹ ਕਦੇ ਮਿਟਦੇ ਨਹੀਂ, ਉਹਨਾਂ ਦਾ ਫਲ ਭੁਗਤਣਾ ਪੈਂਦਾ ਹੈ। ਸੋ ਇਸ ਪ੍ਰਕਾਰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਉਦਾਹਰਨ ਦੇ ਕੇ ਉਹ ਬਾਦਸ਼ਾਹ ਨੂੰ ਸਮਝਾਇਆ ਵੀ ਗੁਰੂ ਕੀ ਸੰਗਤ ਵਿੱਚ ਆਈਏ ਤਾਂ ਖੋਟੀ ਨੀਅਤ ਨਹੀਂ ਰੱਖੀ ਦੀ, ਕਿਉਂਕਿ ਸਤਿਗੁਰੂ ਅੰਤਰਜਾਮੀ ਉਹਦੇ ਮਨ ਦੀ ਗੱਲ ਜਾਣ ਗਏ ਸਨ ਵੀ ਇਹ ਕਿਸ ਖੋਟੀ ਨੀਅਤ ਦੇ ਨਾਲ ਇੱਥੇ ਬੈਠਾ ਹੈ। ਸੋ ਸਤਿਗੁਰੂ ਜੀ ਨੇ ਇਉਂ ਉਸ ਨੂੰ ਉਪਦੇਸ਼ ਦੇ ਕੇ ਸ਼ੁਭ ਰਸਤੇ ਦੇ ਉੱਤੇ, ਸਿੱਧੇ ਰਸਤੇ ਦੇ ਉੱਤੇ ਪਾਇਆ ਕਿ ਸੰਗਤ ਵਿੱਚ ਆ ਕੇ ਬੈਠੀਏ ਤਾਂ ਮਨ ਨੂੰ ਸ਼ੁੱਧ ਕਰਕੇ ਸਿਰਫ ਦਿੱਤੇ ਗਏ ਉਪਦੇਸ਼ ਦੇ ਵੱਲ ਧਿਆਨ ਧਾਰ ਕੇ ਰੱਖਣਾ ਚਾਹੀਦਾ। ਇਸ ਪ੍ਰਕਾਰ ਸਤਿਗੁਰੂ ਜੀ ਨੇ ਬਹਾਦਰ ਸ਼ਾਹ ਨੂੰ ਸ਼ੁਭ ਸਿੱਖਿਆ ਦਿੱਤੀ ਔਰ ਇਹੀ ਸ਼ੁਭ ਸਿੱਖਿਆ ਸਾਡੇ ਸਭਨਾਂ ਦੇ ਵਾਸਤੇ ਵੀ ਹੈ। ਸਤਿਗੁਰੂ ਕਿਰਪਾ ਕਰਨ ਸੁਣਿਆ ਹੋਇਆ ਗੁਰ ਉਪਦੇਸ਼ ਸਾਡੇ ਕਲਯੁਗੀ ਜੀਵਾਂ ਦੇ ਹਿਰਦਿਆਂ ਵਿੱਚ ਵਸੇ। ਕਥਾ ਵਿਚਾਰ ਦੌਰਾਨ ਹੋਈਆਂ ਬੇਅੰਤ ਭੁੱਲਾਂ ਦੀ ਸਮੂਹ ਸੰਗਤਾਂ ਨੇ ਖਿਮਾ ਬਖਸ਼ਿਸ਼ ਕਰਨੀ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਕਿਰਪਾ ਕਰਨ, ਸਮਤ ਬਖਸ਼ਿਸ਼ ਕਰਨ। ਅੱਗੇ ਜਿਵੇਂ ਕਥਾ ਆਵੇਗੀ ਸੋ ਕੱਲ ਦੇ ਦੀਵਾਨ ਵਿੱਚ ਰਲ ਮਿਲ ਕੇ ਸਤਿਗੁਰੂ ਦੀ ਕਿਰਪਾ ਦੁਆਰਾ ਸਰਵਣ ਕਰਾਂਗੇ। ਸਮਾਪਤੀ ਦੀਆਂ ਤੁਕਾਂ ਪੜ੍ਹ ਕੇ ਗੁਰ ਫਤਿਹ ਗਜਾਈਏ। ਵੈਰ ਬੇਗ ਮਾਨੈ ਕੋ ਨਾਹੀ। ਕਰਮ ਸ਼ੁਭਾ ਸ਼ੁਭ ਮਿਟੈ ਨ ਕਾਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।